पंजाब मेल टीवी यूएसए देख रहे सारे दर्शकों का स्वागत है। मैं तेजपाल सिंह मनहास ते लैके हाज़र हाँ प्रोग्राम खबर जंक्शन। अज लोहड़ी का त्यौहार है। असी हर साल इनू बड़े खुशियां ते चावां नाल मनाउंदे रहे हैं, पर इस बार लोहड़ी थोड़ी अलग तरीके नाल पंजाबी मना रहे। पंजाबी की हरियाणा जां होर जिन्ने भी किसान ने थोड़े अलग तरीके नाल मना रहे हैं। वैसे तो लोहड़ी जिहड़ी आ, वो कहंदे बुराई आपां साड़दे हैं ते चंगी चीज़ जिहड़ी आ उहदे चों निकलदी है। ते इस बार सारे जने जिहड़े किसान कानून बने हैं कहते वो साड़ने हैं तो उही साड़ रहे हैं, चाहे वो ਸਿੰਘੂ बॉर्डर है, चाहे टिकरी है, चाहे गाजीपुर है, चाहे कोई होर है, तो चाहे पंजाब दे विच कपूरथला जलंधर अमृतसर जां होर कोई थां हैगी आ, हर जगह ते ये कानून साड़े जा रहे हैं। सो आस करते हैं भी जिहड़े असीं कानून साड़े इहदे नाल इन्हां कानूनां दे मगर जिहड़ी लुकी हुई बुराई आ वो भी सड़ जाएगी तो कुछ चंगा किसानां लई निकल के आएगा आउण वाले दिनां 'च। सो गलबात आपां करते हैं सरदार नरेंद्र सिंह सत्ती हुणां नाल, आए बैठे आ स्टूडियो 'च, उन्होंने आपां जी आया कहीए। सत्ती साहब जी आया नूं सत श्री अकाल जी। सत श्री अकाल जी। सत्ती साहब बड़ी हासोहीणी जी स्थिति बनी हुई है। हासोहीणी इस करके कि जदों बहुत ज़्यादा दुख हो जाता बंदे नूं उदों भी वो थोड़ा जिहा मुस्कुराउंदा रहिंदा, क्योंकि उहनूं आदत पै जाती है दुख सहण दी। कहंदे आ भी दुख भी जिहड़ा दुआ बन जांदा, दुआ बन जाता जी। सो इस वेले जो कल होया वो बड़ी मतलब देश की सर्वोच्च अदालत ने जो फैसला दिता, जो कमेटी बनाई है, मतलब थोड़ा जिहा अटपटा जिहा काम लगा। उहदे विच कोई सैटिस्फैक्शन वाला कोई डिसीजन लगा नहीं हाले तक। इदां आ तेजपाल जी, आपां पहिलां तुसीं लोहड़ी की गल कीती आ जी। लोहड़ी साडा खुशियां दा त्यौहार आ, बिल्कुल सरद रुੱਤ ਦਾ। ਤਾਂ ਲੋਹੜੀ ਤੇ ਆਪਾਂ ਗੋਗੇ ਗਾਉਂਦੇ ਆ ਨਾ, बिल्कुल ਆਪਾਂ ਸੋਹਲੇ ਗਾਉਂਦੇ ਆ ਦੁੱਲਾ ਭੱਟੀ ਤੇ। बिल्कुल ਤਾਂ ਦੁੱਲਾ ਭੱਟੀ ਵੇਲੇ ਦੀ ਹਕੂਮਤ ਤੋਂ ਨਾਬਰ ਹੋ ਗਿਆ ਸੀ। ਜੀ। ਨਾਬਰ ਕਿਉਂ? ਵੀ ਟੈਕਸ ਲਾਇਆ ਗਿਆ ਸੀ बिल्कुल ਤੇ ਉਹਨੂੰ ਪੰਜਾਬ ਦਾ, ਸਾਂਝੇ ਪੰਜਾਬ ਦਾ ਰੋਬਿਨ ਹੁੱਡ ਵੀ ਕਹਿੰਦੇ ਸੀਗੇ। बिल्कुल ਤਾਂ ਦੁੱਲਾ ਭੱਟੀ ਦੀਆਂ ਵਾਰਾਂ ਗਾਉਂਦੇ ਆ ਲੋਹੜੀ ਤੇ ਅੱਜ ਵੀ ਉਹਦੇ ਗੀਤ ਗਾਏ ਜਾਂਦੇ ਆ। और अकबर ने ਉਹਦੇ ਵੱਡੇ ਵਡੇਰਿਆਂ ਦੀਆਂ ਖੱਲਾਂ ਲਹਾ ਕੇ ਲਾਹੌਰ ਕਿਲੇ ਤੇ ਟੰਗਵਾਤੀਆਂ ਜੀ, ਤੂੜੀ ਭਰ ਕੇ। ਬਿਲਕੁਲ। ਔਰ ਅੱਜ ਵੀ ਉਹੋ ਜਿਹੀ ਸਥਿਤੀ ਆ ਪਈ। ਕਿਰਤੀ ਜਿਹੜੇ ਆ, ਕਿਸਾਨ, ਮਿਹਨਤਕਸ਼ ਲੋਕ ਵੇਲੇ ਦੀ ਜਿਹੜੀ ਸਰਕਾਰ ਆ, ਹਾਕਮਾਂ ਤੋਂ ਨਾਬਰ ਹੋਏ ਬੈਠੇ ਆ। बिल्कुल ਉਹਨਾਂ ਦੇ ਬਣਾਏ ਹੋਏ ਕਾਲੇ ਕਾਨੂੰਨ ਮੰਨਣ ਤੋਂ ਇਨਕਾਰੀ ਨੇ। जी ਤਾਂ ਸਰਕਾਰ ਜਿਹੜੀ ਆ ਸੁੱਤੀ ਪਈ ਆ, ਲਹਿਰ ਨੂੰ ਢਾਲ ਆ ਰਹੀ ਆ ਦਿਨ ਬ ਦਿਨ। ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਆ ਵੀ ਲੀਹੋਂ ਲਾਉਣ ਦੇ ਯਤਨ ਅੱਜ ਤੱਕ ਹੁੰਦੇ ਆਏ ਆ। बिल्कुल ਹੁੰਦੇ ਆਏ। ਹੁਣ ਆਮ ਤੌਰ ਤੇ ਜਿਹੜੀ ਸਰਵਉੱਚ ਅਦਾਲਤ ਆ ਉਹ ਸਰਕਾਰ ਤੇ ਲੋਕਾਂ ਦੇ ਦਰਮਿਆਨ ਘੱਟ ਆਉਂਦੀ ਆ। बिल्कुल ਪਰ ਇੱਥੇ ਅਲੋਕਾਰਾ ਵਰਤਾਰਾ ਹੋਇਆ ਵੀ ਸੁਪਰੀਮ ਕੋਰਟ ਨੇ ਇਹ ਕਹਿੰਦਿਆਂ ਦਖਲ ਦਿੱਤਾ ਵੀ ਅਸੀਂ ਚੁੱਪ ਕਰਕੇ ਨਹੀਂ ਬਹਿ ਸਕਦੇ। जी ਠੀਕ ਹੈ, ਤੇ ਅਸੀਂ ਇਸ ਤਰ੍ਹਾਂ ਨਹੀਂ ਦੇਖ ਸਕਦੇ। ਸਰਕਾਰ ਨੇ ਹੈਂਡਲ ਗਲਤ ਢੰਗ ਦੇ ਨਾਲ ਕੀਤਾ ਹੈਗਾ ਇਸ ਲਹਿਰ ਨੂੰ, ਇਸ ਅੰਦੋਲਨ ਨੂੰ, ਇਸ ਕਰਕੇ ਅਸੀਂ ਦਖਲ ਦੇ ਦਿੰਦੇ ਹਾਂ। जी ਤਾਂ ਕਿਤੇ ਕਿਤੇ ਇੱਦਾਂ ਵੀ ਕਹਿੰਦੇ ਆ ਵੀ ਥਾਣੇਦਾਰ ਨੇ ਜਿਹਦੀ ਮਦਦ ਕਰਨੀ ਹੁੰਦੀ ਆ ਨਾ, ਥਾਣੇ ਸੱਦ ਕੇ ਦੋ ਧਿਰਾਂ ਆਉਂਦੀਆਂ ਤੇ ਜਿਹਦੀ ਮਦਦ ਕਰਨੀ ਹੁੰਦੀ ਉਹਨੂੰ ਥਾਣੇਦਾਰ ਦਬ ਕੇ ਵੱਧ ਮਾਰਦਾ। ਬਿਲਕੁਲ। ਸੋ ਸੁਪਰੀਮ ਕੋਰਟ ਨੇ ਜਿਹੜਾ ਸਰਕਾਰ ਨੂੰ, ਆਪਾਂ ਆਮ ਕਹਿੰਦੇ ਵੀ ਸਰਕਾਰ ਨੂੰ ਜੀ ਬਹੁਤ ਦਬਲਿਆ। ਸਰਕਾਰ ਨੂੰ ਕਈ ਵਾਰੀ ਇਸ ਤਰ੍ਹਾਂ ਹੀ ਮਤਲਬ ਹੁੰਦੀ ਆ ਵੀ ਉਹ ਲੱਗਦਾ ਆ ਵੀ ਦਬਲਿਆ ਤੇ ਅਸਲ 'ਚੋਂ ਸਰਕਾਰ ਦੀ ਮਦਦ ਕਰ ਰਹੀ ਹੈ। ਠੀਕ ਹੈ। ਸੋ ਇਹ ਆਮ ਹੀ ਜਿਹੜਾ ਲੋਕਾਂ ਨੇ ਕੱਲ੍ਹ ਦੇ ਫੈਸਲੇ ਤੋਂ ਬਾਅਦ ਕਿਹਾ ਵੀ ਸਰਕਾਰ ਜਿਹੜੀ ਆ ਉਹਦੀ ਮਦਦ ਸੁਪਰੀਮ ਕੋਰਟ ਕਰ ਰਹੀ ਆ ਸਿੱਧੇ ਢੰਗ ਦੇ ਨਾਲ। ਜੀ ਕੱਲ ਕਮੇਟੀ ਬਣਾਤੀ। ਕਿਹਨਾਂ 4 ਮੈਂਬਰਾਂ ਦੀ ਕਮੇਟੀ ਬਣਾਈ ਆ? ਜਿਹੜੇ ਵੋਕਲੀ ਤੇ ਆਪਣੀਆਂ ਲਿਖਤਾਂ 'ਚ ਪਹਿਲੇ ਦਿਨ ਤੋਂ ਹੀ ਮੋਦੀ ਸਾਹਿਬ ਦੀ ਹਮਾਇਤ ਕਰ ਰਹੇ ਨੇ, ਸਾਡੇ ਪ੍ਰਧਾਨ ਮੰਤਰੀ ਦੀ, ਤੇ ਇਹਨਾਂ ਕਾਲੇ ਕਾਨੂੰਨਾਂ ਦੀ, ਇਹਨਾਂ ਖੇਤੀ ਕਾਨੂੰਨਾਂ ਦੀ ਮਦਦ ਕਰਦੇ ਆਏ ਆ। ਜੀ। ਭੁਪਿੰਦਰ ਸਿੰਘ ਮਾਨ ਕੌਣ ਨੇ? ਭੁਪਿੰਦਰ ਸਿੰਘ ਮਾਨ ਜਿਹੜੇ ਆ ਉਹ ਉਸ ਧਿਰ ਦੇ ਨਾਲ ਸੰਬੰਧ ਰੱਖਦੇ ਆ ਜਿਹੜੀ ਕਿਸਾਨਾਂ ਦੇ ਉਲਟ ਤਰ੍ਹਾਂ ਹੁੰਦੀਆਂ ਨਾ। ਜੀ ਜੀ ਜੀ। ਜਿਹੜੀ ਜਗੀਰਦਾਰਾਂ, ਮਤਲਬ ਵੱਖਰੀ ਕਿਸਮ ਦੇ ਜਗੀਰਦਾਰ ਹੁੰਦੇ ਆ, ਉਹ ਆਮ ਕਿਸਾਨਾਂ ਦੇ ਆਗੂ ਨਹੀਂ ਗੇ। ਦੂਸਰੀ ਗੱਲ, ਕਮੇਟੀ ਤੇ ਕੀ ਇਤਰਾਜ਼ ਆ ਲੋਕਾਂ ਨੂੰ? ਉਹ ਕਹਿੰਦੇ ਭਈ ਦੇਸ਼ ਵਿੱਚ ਇੰਨੇ ਵਿਦਵਾਨ ਬੈਠੇ ਆ। ਬਿਲਕੁਲ। ਕੀ ਜਿਹੜੀ ਸਰਕਾਰ ਪੱਖੀ ਲੋਕ ਆ 4, ਉਹੀ ਮਤਲਬ ਸੁਪਰੀਮ ਕੋਰਟ ਨੇ ਉਹਨਾਂ ਦੀ ਹੀ ਕਮੇਟੀ ਬਣਾਉਣੀ ਸੀ? ਮਸਲਨ ਇੱਥੇ ਸਾਡੇ ਸਰਦਾਰਾ ਸਿੰਘ ਜੌਹਲ ਵਰਗੇ ਨੇ, ਬਿਲਕੁਲ ਇੱਥੇ ਸਾਡੇ ਕੰਗ ਸਾਹਿਬ ਵਰਗੇ ਨੇ, ਢਿੱਲੋਂ ਸਾਹਿਬ ਇਸ ਵੇਲੇ ਕਾਇਮ ਵਾਈਸ ਚਾਂਸਲਰ ਨੇ
ਖੇਤੀਬਾੜੀ ਯੂਨੀਵਰਸਿਟੀ ਦੇ ਪੀ ਸਾਈਨਾਥ ਨੇ, ਜਿਹਨਾਂ ਦੀ ਆਪਾਂ ਕੱਲ ਗੱਲ ਕਰਦੇ ਸੀ, ਪਿਛਲੇ ਦਿਨੀ ਹਾਲੇ ਸਰਕਾਰ ਦੀ ਚੰਗੀ ਮਤਲਬ ਤਹਿ ਲਾ ਕੇ ਗਏ ਆਪਣੇ ਭਾਸ਼ਣ ਦੇ ਵਿੱਚ ਚੰਡੀਗੜ੍ਹ। ਬਿਲਕੁਲ ਬਿਲਕੁਲ। ਅੱਛਾ, ਉਸ ਤੋਂ ਬਾਅਦ ਗਿਆਨ ਸਿੰਘ ਵਰਗੇ ਨੇ, ਹਾਂਜੀ ਉਹ ਹੈਗੇ ਹੋਰ ਦਾਨਿਸ਼ਵਾਰ ਆ, ਤੁਸੀਂ ਉਹਨਾਂ ਨੂੰ ਸ਼ਾਮਲ ਕਰੋ ਕਮੇਟੀ ਦੇ ਵਿੱਚ ਜੀ। ਤਾਂ ਇਹ ਲੋਕ ਕਮੇਟੀ 'ਚ ਸ਼ਾਮਲ ਕੀਤੇ ਗਏ। ਖੈਰ ਇੱਥੇ ਵੀ ਕੋਈ ਇਤਰਾਜ਼ ਨਹੀਂ, ਜਿਨ੍ਹਾਂ ਧਿਰਾਂ ਨੂੰ ਹੈ ਉਹਨਾਂ ਨੂੰ ਹੈ। ਆਪਾਂ ਸੁਪਰੀਮ ਕੋਰਟ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਦੂਸਰਾ, ਪਹਿਲੀ ਮੀਟਿੰਗ ਜਿਹੜੀ ਆ ਉਹ 10 ਦਿਨਾਂ ਦੇ ਅੰਦਰ ਅੰਦਰ ਕਰਨਗੇ ਔਰ 2 ਮਹੀਨਿਆਂ ਬਾਅਦ ਉਹ ਰਿਪੋਰਟ ਕਰਨਗੇ, ਠੀਕ ਹੈ। ਤੇ ਕਿਸਾਨ ਉਹਦੇ ਸਰਕਾਰ ਦੇ ਨਾਲ, ਕਿਸਾਨਾਂ ਦੇ ਨਾਲ, ਜਥੇਬੰਦੀਆਂ ਦੇ ਆਗੂਆਂ ਨਾਲ ਤੇ ਹੋਰ ਸੰਬੰਧਿਤ ਧਿਰਾਂ ਨਾਲ ਉਹ ਕਮੇਟੀ ਗੱਲਬਾਤ ਕਰੂਗੀ। ਤਾਂ 2 ਮਹੀਨਿਆਂ 'ਚ ਰਿਪੋਰਟ ਪੇਸ਼ ਕਰੂਗੀ ਤੇ ਸੁਪਰੀਮ ਕੋਰਟ ਨੇ 8 ਹਫ਼ਤਿਆਂ ਲਈ ਉਹ ਮਾਮਲਾ ਜਿਹੜਾ ਆ ਅੱਗੇ ਪਾਤਾ ਜੀ। ਸੋ ਇਹਨੂੰ ਮਾਮਲੇ ਨੂੰ ਖਟਾਈ 'ਚ ਪਾਉਣ ਵਜੋਂ ਹੀ ਲਿਆ ਜਾਊਗਾ ਜੀ। ਜੋਗਿੰਦਰ ਯਾਦਵ ਹੁਣੀ ਕਹਿੰਦੇ ਨੇ ਵੀ ਭਾਈ ਇਹ ਜਿਹੜਾ ਮਤਲਬ ਕਮੇਟੀ ਆ ਨਾ, ਇਹ ਕਿਸਾਨਾਂ ਦੇ ਗਲ 'ਚ ਰੇਸ਼ਮੀ ਫੰਦਾ ਪਾਤਾ ਹੈ। ਬਿਲਕੁਲ। ਅੱਛਾ, ਇਹਦੇ 'ਚ ਰਾਜੇਵਾਲ ਸਾਹਿਬ ਨੇ ਇੱਕ ਗੱਲ ਕਹੀ ਆ, ਕਹਿੰਦੇ ਸਰਕਾਰ ਦੀ ਸ਼ਰਾਰਤ ਆ, ਉਹਨਾਂ ਨੇ ਆਪਣੇ ਮੋਢਿਆਂ ਤੋਂ ਲਾ ਕੇ ਮਰਿਆ ਸੱਪ ਸੁਪਰੀਮ ਕੋਰਟ ਦੇ ਗਲ ਪਾ ਕੇ ਕਿਸਾਨਾਂ ਦੇ ਅਗੇਂਸਟ ਉਹਨੇ ਜਿਹੜਾ ਫੈਸਲਾ ਲਿਆਉਣਾ ਸੀ, ਇਹ ਉਹੀ ਹੈ ਜੀ। ਉਹਨਾਂ ਨੇ ਕਿਹਾ, ਜਿਹੜੀ ਕੱਲ ਦੀ ਮੀਟਿੰਗ ਆ ਉਹਦੇ ਵਿੱਚ ਇਹੀ ਕਿਹਾ ਗਿਆ, ਸਾਫ਼-ਸਾਫ਼ ਐਲਾਨ ਕੀਤਾ ਗਿਆ ਵੀ ਇਹ ਸਰਕਾਰ ਪੱਖੀ ਕਮੇਟੀ ਆ ਤੇ ਅਸੀਂ ਇਹਦੇ ਕੋਲ ਪੇਸ਼ ਨਹੀਂ ਹੋਣਾ ਤੇ ਸਾਡਾ ਅੰਦੋਲਨ ਇੱਦਾਂ ਹੀ ਚੱਲੇਗਾ। ਠੀਕ ਹੈ ਜੀ। ਠੀਕ ਹੈ ਨਾ ਜੀ। ਔਰ ਦੇਖੋ ਸੰਘਰਸ਼ ਜਿਹੜਾ ਆ ਉਹ ਜਾਰੀ ਰਹੇਗਾ। ਤਾਂ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਜਿਹੜੀ ਟਰੈਕਟਰ ਰੈਲੀ ਦੀਆਂ ਤਿਆਰੀਆਂ ਆ ਉਹ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਨੇ ਜੀ ਹਾਲ ਦੀ ਘੜੀ। ਵੈਸੇ ਤੇ ਜਿਹੜੀ ਸੁਪਰੀਮ ਕੋਰਟ ਆ ਉਹ ਬਹੁਤ ਮਤਲਬ ਹਾਈਲੀ ਰਿਸਪੈਕਟਫੁਲ ਅਦਾਰਾ ਆ, ਸਾਡੀ ਅਪੈਕਸ ਕੋਰਟ ਆ। ਬਿਲਕੁਲ। ਹਾਂਜੀ। ਪਰ ਜੇ ਆਪਾਂ ਪਿਛਲੇ ਕੁਝ ਟਾਈਮ ਦੇ ਉਹਦੇ ਆਪਾਂ ਜੱਜਮੈਂਟਸ ਦੇਖੀਏ, ਜਿੱਦਾਂ ਰਾਮ ਮੰਦਿਰ ਦੀ ਆਪਾਂ ਜੱਜਮੈਂਟ ਦੇਖੀਏ, ਰਾਮ ਮੰਦਿਰ ਵਿੱਚ ਵੀ ਉਹਨੇ ਕਿਹਾ ਵੀ ਇਹ ਗੱਲ ਸਾਬਤ ਹੁੰਦੀ ਆ ਵੀ 500 ਸਾਲ ਇੱਥੇ ਮਸਜਿਦ ਸੀ ਜੀ। ਉਹ ਤੋਂ ਪਹਿਲਾਂ ਇਹ ਗੱਲ ਸਾਬਤ ਨਹੀਂ ਹੁੰਦੀ ਵੀ ਇੱਥੇ ਕੋਈ ਮੰਦਿਰ ਸੀ, ਪਰ ਇਹ ਜਗ੍ਹਾ ਅਸੀਂ ਮੰਦਿਰ ਨੂੰ ਦੇ ਰਹੇ ਹਾਂ। ਕੀ ਉੱਦਾਂ ਦਾ ਹੀ ਵਰਡਿਕਟ ਇਹ ਨਹੀਂ ਦਿੱਤਾ ਗਿਆ ਜਾਂ ਉੱਦਾਂ ਦਾ ਹੀ ਕੁਝ ਮਾਹੌਲ ਨਹੀਂ ਬਣਾਇਆ ਜਾ ਰਿਹਾ? ਦੇਖੋ ਇੱਦਾਂ ਆ, ਬਹੁਤ ਸਾਰੇ ਫੈਸਲੇ ਜਿਹੜੇ ਰੀਸੈਂਟ ਟਾਈਮਸ ਵਿੱਚ ਆਏ ਆ, ਉਹਨਾਂ ਤੋਂ ਸਰਕਾਰ ਪੱਖੀ ਜਾਂ ਸਰਕਾਰ ਵੱਲ ਸੁਪਰੀਮ ਕੋਰਟ ਦਾ ਝੁਕਾਅ ਹੋਣਾ ਸਾਫ਼-ਸਾਫ਼ ਜ਼ਾਹਰ ਹੁੰਦਾ ਤੇ ਸੁਪਰੀਮ ਕੋਰਟ ਦੇ ਜੱਜਸ ਤੇ ਦੋਸ਼ ਵੀ ਲੱਗਦੇ ਆਏ ਨੇ। ਬਿਲਕੁਲ। ਵੀ ਕਿੱਦਾਂ ਸਰਕਾਰ ਦੀ ਤਰਫਦਾਰੀ ਕਰਦੇ ਆ। ਸਾਡੇ ਚੀਫ ਜਸਟਿਸ ਮੁੜ ਕੇ ਰਾਜ ਸਭਾ ਦੇ ਮੈਂਬਰ ਵੀ ਬਣਦੇ ਆ, ਉਹ ਵੀ ਸੁਪਰੀਮ ਕੋਰਟ ਦੇ ਇਤਿਹਾਸ 'ਚ ਪਹਿਲੀ ਵਾਰੀ ਹੁੰਦਾ ਵੀ ਸਰਵਉੱਚ ਅਦਾਲਤ ਦੇ ਜੱਜਸ਼ਿਪ ਤੋਂ ਬਾਅਦ ਵੀ ਮਤਲਬ ਕੋਈ ਤਵੱਕੋ ਰੱਖਣ ਕਿਸੇ ਸਿਆਸੀ ਅਹੁਦੇ ਦੀ। ਸੋ ਆਪਾਂ ਸੁਪਰੀਮ ਕੋਰਟ 'ਤੇ ਨਾ ਹੀ ਟਿੱਪਣੀ ਕਰੀਏ ਹਾਲ ਦੀ ਘੜੀ, ਤਾਂ ਉਹ ਕਿਉਂਕਿ ਲੋਕ ਜਿਹੜੇ ਆ ਉਹ ਕਈ ਗੱਲਾਂ ਕਹਿਣ ਦੀਆਂ ਨਹੀਂ ਹੁੰਦੀਆਂ, ਸਮਝਣ ਦੀਆਂ ਹੁੰਦੀਆਂ, ਵਾਚਣ ਦੀਆਂ ਹੁੰਦੀਆਂ, ਹੈ ਨਾ ਜੀ। ਤਾਂ ਇਹ ਆਪ ਹੀ ਦੇਖੋ, ਜਿਹੜਾ ਕਿਸਾਨਾਂ ਨੇ ਸਾਫ਼-ਸਾਫ਼ ਕਿਹਾ ਵੀ ਸਾਡਾ ਸੰਘਰਸ਼ ਜਾਰੀ ਰਹੇਗਾ, ਪਰ ਜਿਹੜੀ ਸਰਕਾਰ ਨੇ 15 ਤਰੀਕ ਦੀ 9ਵੇਂ ਗੇੜ ਦੀ ਗੱਲਬਾਤ ਜਿਹੜੀ ਆ ਉਹ ਸੱਦੀ ਹੋਈ ਆ, ਉਹਦੇ ਵਿੱਚ ਵੀ ਸ਼ਾਮਲ ਹੋਣਗੇ ਜੀ ਤੇ 26 ਨੂੰ ਰੈਲੀ ਵੀ ਕਰਨਗੇ। ਠੀਕ ਹੈ। ਅੱਛਾ, ਰਾਜੇਵਾਲ ਸਾਹਿਬ ਨੇ ਕਿਹਾ ਵੀ ਜਿੱਦਾਂ ਕਿ ਜੀ ਕਾਨੂੰਨ ਇਹੋ ਬਣਾਏ ਗਏ ਸੀ ਜੀ, ਕਿਸੇ ਸਾਡੀ ਧਿਰ ਨੂੰ ਪੁੱਛਿਆ ਨਹੀਂ ਗਿਆ, ਉਹ ਸੇਮ ਚੀਜ਼ ਕਹਿੰਦੇ ਰਿਪੀਟ ਹੋਈ ਆ। ਉੱਦਾਂ ਹੀ ਇਹਨਾਂ ਨੇ ਕਮੇਟੀ ਬਣਾ ਦਿੱਤੀ, ਕਿਸੇ ਨੂੰ ਪੁੱਛਿਆ ਨਹੀਂ ਵੀ ਉਹ ਆਪਣੇ ਜਿਹੜੇ ਨਾਂ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਸੁਝਾਏ ਗਏ ਆ ਜਾਂ ਕਿੱਦਾਂ ਆਏ ਆ, ਉਹਨਾਂ ਦੀ ਕਮੇਟੀ ਹੈ ਕਹਿੰਦੇ। ਤਾਂ ਦੇਖੋ ਤੁਸੀਂ ਸਰਕਾਰ ਕੀ ਕਹਿ ਰਹੀ ਆ ਭਈ ਇਹ ਨਾ ਸਾਡੇ ਮਨ ਇੱਛਤ ਫੈਸਲਾ ਤਾਂ ਨਹੀਂ, ਇਹ ਡਰਾਮਾ ਹੈ ਸਰਕਾਰ ਦਾ, ਕੇਂਦਰ ਸਰਕਾਰ ਦਾ, ਵੀ ਜਿੱਦਾਂ ਅਸੀਂ ਚਾਹੁੰਦੇ ਸੀ ਉੱਦਾਂ ਨਹੀਂ ਹੋਈ ਭਈ ਇਹ ਨਾ ਮਤਲਬ ਫਿਰ ਵੀ ਕਿਉਂਕਿ ਸੁਪਰੀਮ ਕੋਰਟ ਆ ਜੀ, ਇਸ ਕਰਕੇ ਮਨਜ਼ੂਰ ਆ ਸਾਨੂੰ ਫੈਸਲਾ, ਹੈ ਨਾ। ਸੋ ਪਰ ਸੁਪਰੀਮ ਕੋਰਟ 'ਚ ਹੋਰ ਵੀ ਕਈ ਗੱਲਾਂ ਹੋਈਆਂ, ਮਸਲਨ ਖਾਲਿਸਤਾਨੀ ਕਿਹਾ ਜਾਂਦਾ ਬਿਲਕੁਲ ਕਿਸਾਨਾਂ ਨੂੰ। ਸੁਪਰੀਮ ਕੋਰਟ ਨੇ ਕਿਹਾ ਵੀ ਜੇ ਤੁਸੀਂ ਦਾਅਵਾ ਕਰਦੇ ਆ ਔਨ ਰਿਕਾਰਡ ਆ ਤਾਂ ਸਬੂਤ ਪੇਸ਼ ਕਰੋ। ਠੀਕ ਆ, ਦੁਬਾਰਾ ਸੁਣਵਾਈ ਹੋ ਰਹੀ ਆ। ਉਸ ਤੋਂ ਇਲਾਵਾ ਹੋਰ ਗੱਲਾਂ ਦੇ ਖਦਸ਼ੇ ਪਈ, ਟਰੈਕਟਰ ਰੈਲੀ ਤੇ ਪਾਬੰਦੀ ਲਾਉਣ ਲਈ ਜੀ ਪਈ, ਉਹ ਜੀ ਲਾਲ ਕਿਲੇ ਤੇ ਕਬਜ਼ਾ ਕਰ ਲੈਣਗੇ, ਉਹ ਜੀ ਸੰਸਦ ਭਵਨ ਤੇ ਕਬਜ਼ਾ ਕਰ ਲੈਣਗੇ। ਉਹ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ, ਤੁਸ਼ਾਰ ਮਹਿਤਾ ਜਿਹੜੇ ਸੋਲਿਸਿਟਰ ਜਨਰਲ ਨੇ, ਉਹਨਾਂ ਰਾਹੀਂ ਜਿਹੜੀ ਅਰਜੀ ਦੀ ਕਾਪੀ ਵੀ ਭੇਜੀ ਗਈ ਆ। ਸਰਕਾਰ ਕੀ ਕਰਦੀ ਆ, ਉਹਨਾਂ ਨੇ ਪੁੱਛਿਆ ਵੀ ਹਾਂ ਬਈ ਦਿੱਲੀ ਸਰਕਾਰ, ਦਿੱਲੀ ਪੁਲਿਸ ਨੂੰ ਇਤਰਾਜ਼ ਹੋ ਸਕਦਾ, ਦਿੱਲੀ ਸਰਕਾਰ ਨੂੰ। ਕੇਂਦਰ ਸਰਕਾਰ, ਕਿਉਂਕਿ ਦਿੱਲੀ ਸਰਕਾਰ, ਦਿੱਲੀ ਦੀ ਜਿਹੜੀ ਪੁਲਿਸ ਆ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੀ ਆ, ਉਹਦੇ ਰਾਹੀਂ ਅਰਜੀ ਲਵਾਤੀ ਵੀ 26 ਨੂੰ ਇੱਥੇ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਵਿਗੜ ਸਕਦੀ ਆ, ਹੈ ਨਾ। ਸੋ ਉਹ ਕਹਿੰਦੇ ਪਈ ਉਹ ਇੱਕ ਵੱਖਰਾ ਮੁੱਦਾ ਹੋ ਗਿਆ, ਤਾਂ ਉਹਦੀ ਸੁਣਵਾਈ ਵੀ ਹੋਏਗੀ, ਉਹ 18 ਨੂੰ ਹੋਏਗੀ। ਇਸ ਤੋਂ ਇਲਾਵਾ ਤੁਸੀਂ ਦੇਖੋ ਸਰਕਾਰ ਕਿੰਨੀਆਂ ਚਾਲਾਂ ਚੱਲਦੀ ਆ।
ਭਈ ਆਪਣੇ ਬੰਦੇ ਖੜੇ ਕਰਕੇ ਆਮ ਬੰਦਾ ਸਮਝਦਾ, ਬਿਲਕੁਲ। ਉਹਨਾਂ ਤੋਂ ਪਟੀਸ਼ਨਾਂ ਕਰਾਈਆਂ ਜਾਂਦੀਆਂ, ਦਿੱਲੀ ਪੁਲਿਸ ਦੇ ਮੋਢੇ ਤੇ ਰੱਖ ਕੇ ਹੁਣ ਉਹ ਅਰਜ਼ੀ ਦਵਾਈ ਗਈ ਆ, ਠੀਕ ਹੈ। ਸੋ ਆਇਆ ਹੁਣ ਉਹਦੇ ਬਾਵਜੂਦ ਜਿਹੜਾ ਆ, ਚਾਹੇ ਉਹ ਜਿੰਨੀਆਂ ਮਰਜ਼ੀ ਅਰਜ਼ੀਆਂ ਗਈਆਂ ਹੋਣ, ਕਿਸਾਨਾਂ ਨੇ ਮਿੱਥਿਆ ਹੋਇਆ ਵੀ ਅਸੀਂ 26 ਤਰੀਕ ਨੂੰ ਰੈਲੀ ਕਰਨੀ ਆ। ਬਿਲਕੁਲ। ਪਹਿਲੀ ਰੈਲੀ ਜਿਹੜੀ ਆ ਹਾਲੇ ਉਹਨਾਂ ਨੂੰ ਉਹੀ ਨਹੀਂ ਹਜ਼ਮ ਹੋਈ ਜਿਹੜੀ ਹਾਲੇ ਬਾਰਡਰ ਤੇ ਕੀਤੀ ਆ, ਪੈਰੀਫਰੀ ਤੇ ਕੀਤੀ ਆ, ਜੀ ਬਾਹਰਲੀ ਫਿਰਨੀ ਤੇ ਕਹਿ ਲਓ ਕੀਤੀ ਆ। ਸੋ ਹੁਣ ਦੇਖਦੇ ਆ ਵੀ ਅੱਗੇ ਕੀ ਹੁੰਦਾ ਹੈਗਾ। ਸਤੀ ਸਾਹਿਬ ਜੀ, ਜਦੋਂ ਇਹੋ ਸੁਪਰੀਮ ਕੋਰਟ 'ਚ ਇਹ ਮਸਲਾ ਗਿਆ ਸੀ ਜੀ, ਮੇਨ ਜਿਹੜੀ ਗੱਲ ਇਹ ਸੀ, ਜਿਹੜੀ ਅੱਜ ਤੱਕ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਔਰ ਜਿਹੜੇ ਕਾਨੂੰਨ ਦੇ ਜਾਣਕਾਰ ਨੇ, ਮਾਹਿਰ ਨੇ, ਉਹ ਵੀ ਕਹਿ ਰਹੇ ਨੇ ਜੀ, ਅਸਲ ਗੱਲ ਜਿਹੜੀ ਸੀਗੀ ਉਹ ਕਾਨੂੰਨਾਂ ਦੀ ਸੰਵਿਧਾਨਿਕਤਾ ਤੇ ਸੀ ਵੀ ਕੀ ਸੈਂਟਰ ਸਰਕਾਰ ਇਹ ਕਾਨੂੰਨ ਬਣਾ ਸਕਦੀ ਹੈ, ਪੀਰੀਅਡ। ਇਹਦੇ ਬਾਰੇ ਕੋਈ ਗੱਲ ਨਹੀਂ ਹੁੰਦੀ। ਦੇਖੋ, ਜਿਹੜੇ ਮੁੱਦੇ ਛੋਹੇ ਜਾਣੇ ਚਾਹੀਦੇ ਸੀ ਸੁਪਰੀਮ ਕੋਰਟ ਵਿੱਚ, ਉਹ ਛੋਹੇ ਨਹੀਂ ਗਏ। ਭਈ ਇਹ ਕਾਨੂੰਨ ਖੇਤੀ ਸੰਬੰਧੀ ਇਹ ਰਾਜਾਂ ਦਾ ਮਸਲਾ ਆ, ਬਿਲਕੁਲ ਠੀਕ ਆ। ਸੰਘੀ ਢਾਂਚਾ ਸਾਨੂੰ ਆਗਿਆ ਦਿੰਦਾ ਵੀ ਸੂਬੇ ਦੇ ਵਿੱਚ ਫਿਰ ਤੁਸੀਂ ਦੇਖੋ ਜਿੱਥੇ ਗੱਲ ਆਉਣੀ ਚਾਹੀਦੀ ਸੀ ਉਹਦਾ ਤਾਂ ਜ਼ਿਕਰ ਤੱਕ ਨਹੀਂ ਕੀਤਾ ਗਿਆ। ਮੁੱਦਾ ਹੀ ਇੱਥੇ ਰੱਖਿਆ ਪਈ ਕਿਵੇਂ ਨਾ ਕਿਵੇਂ ਜਿਹੜਾ ਅੰਦੋਲਨ ਆ, ਫਿਰ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਅਸੀਂ ਜੀ ਅੰਦੋਲਨ ਨੂੰ ਨਹੀਂ ਕਹਿੰਦੇ ਹੈਗੇ ਪਈ ਉਹ ਚੱਲਦਾ ਨਹੀਂ ਚੱਲਦਾ, ਵੀ ਉਹਦੇ ਲਈ ਸਰਕਾਰ ਥਾਂ ਦੇਵੇ। ਉਹਨਾਂ ਨੇ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਵੀ ਸੱਤਿਆਗ੍ਰਹਿ ਵੀ ਹੋਇਆ ਹੈਗਾ, ਰਾਮਲੀਲਾ ਮੈਦਾਨ, ਕਿਸਾਨ ਕਹਿੰਦੇ ਸਾਨੂੰ ਰਾਮਲੀਲਾ ਮੈਦਾਨ 'ਚ ਜਾਣ ਤੋਂ ਕਿਉਂ ਰੋਕਿਆ ਪਹਿਲੇ ਦਿਨ? ਉਹ ਦਿੱਲੀ ਦੇ ਬਾਹਰ ਚੱਲ ਜਾਓ। ਸੋ ਉਹ ਮਤਲਬ ਸਬਰ ਉਹਨਾਂ ਦਾ ਸਿਰੜ ਪਰਖ ਕੇ ਪਹਿਲਾਂ ਤਾਂ ਇਹ ਸੀਗਾ ਵੀ ਇਹ ਬਸ ਐਵੇਂ ਹਫ਼ਤੇ 10 ਦਿਨ ਦੀ ਗੱਲ ਆ ਤੇ ਇਹਨਾਂ ਨੇ ਚੱਲ ਜਾਣਾ ਹੈ ਨਾ। ਫਿਰ ਹੁਣ ਸੁਪਰੀਮ ਕੋਰਟ ਨੂੰ ਬੱਚੇ ਤਾਂ ਬਜ਼ੁਰਗ ਵੀ ਚੇਤੇ ਆ ਗਏ ਹੈਗੇ ਆ, ਠੀਕ ਹੈ ਭਈ ਉਹ ਉੱਥੇ ਬੈਠੇ ਆ, ਉਹ 2 ਮਹੀਨਿਆਂ ਬਾਅਦ ਚੇਤੇ ਆਏ। ਅੱਛਾ, ਇੱਕ ਗੱਲ ਹੋਰ, ਚੀਫ ਜਸਟਿਸ ਆਫ ਇੰਡੀਆ ਕਹਿ ਰਹੇ ਆ, ਕਹਿੰਦੇ ਸਿਆਸਤ ਤੇ ਨਿਆਂਪਾਲਿਕਾ 'ਚ ਫਰਕ ਹੁੰਦਾ ਹੈ। ਹਾਂਜੀ, ਉਹਨਾਂ ਨੇ ਇਹ ਵੀ ਕਿਹਾ ਵੀ ਇਹਨੂੰ ਨਾ ਸਿਆਸਤ ਨਾ ਸਮਝੋ, ਵੀ ਸਿਆਸਤ ਤੇ ਨਿਆਂਪਾਲਿਕਾ, ਜੁਡੀਸ਼ਰੀ ਤੇ ਪੋਲਿਟਿਕਸ ਵਿੱਚ ਬੜਾ ਫਰਕ ਆ। ਪਰ ਇਹ ਗੱਲ ਦੱਸਣ ਦੀ ਕੀ ਲੋੜ ਪੈ ਗਈ ਜੀ? ਉਹ ਮਤਲਬ ਉਹਨਾਂ ਦੇ ਆਪਣੇ ਖਦਸ਼ੇ, ਉਹਨਾਂ ਦੇ ਆਪਣੇ ਭਰਮ ਨੇ ਇਹ ਵੀ ਇਹਨੂੰ ਇੱਦਾਂ ਨਾ ਸਮਝਿਆ ਜਾਵੇ ਵੀ ਸੁਪਰੀਮ ਕੋਰਟ ਸਿਆਸਤ ਕਰ ਰਹੀ ਆ। ਤੁਸੀਂ ਦੇਖੋ ਚੀਫ ਜਸਟਿਸ ਬੋਬੜੇ, ਬੋਪੰਨਾ ਔਰ ਸੁਬਰਾਮਨੀਅਮ 3 ਜੱਜਿਸ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਹੈਗਾ। ਬਿਲਕੁਲ। ਤਾਂ ਦੂਸਰਾ ਇਹ ਆ ਭਈ ਪੰਜਾਬ ਸਰਕਾਰ ਇਹਦੇ ਪ੍ਰਤੀਕਰਮ ਜਿਹੜੇ ਨੇ, ਪੰਜਾਬ ਸਰਕਾਰ ਨੇ ਵੀ ਇਸ ਫੈਸਲੇ ਤੇ ਜਾਣੀ ਕਿ ਨਾ ਕਿੰਤੂ ਜ਼ਾਹਰ ਕੀਤੇ ਆ, ਠੀਕ ਹੈ। ਔਰ ਨਾਲ ਦੀ ਨਾਲੇ ਮਤਲਬ ਸਮੀਖਿਆ ਕਰਨ ਦੇ ਲਈ ਕੱਲ੍ਹ ਮਾਘੀ ਵਾਲੇ ਦਿਨ 14 ਤਰੀਕ ਨੂੰ 4 ਵਜੇ ਮੀਟਿੰਗ ਸੱਦੀ ਆ ਵੀ ਇਹਦੇ ਪ੍ਰਭਾਵ ਕੀ ਪੈਣਗੇ, ਠੀਕ ਹੈ ਜੀ। ਔਰ ਜਿਹੜਾ ਅਕਾਲੀ ਦਲ ਆ ਉਹ ਕਹਿੰਦਾ ਵੀ ਇਹ ਨੈਤਿਕ ਹਾਰ ਹੈਗੀ ਆ, ਹੈ ਨਾ, ਕੇਂਦਰ ਸਰਕਾਰ ਦੀ। ਤਾਂ ਉਹ ਕਹਿੰਦਾ ਵੀ ਜਿਹੜੇ ਕਾਂਗਰਸ ਤੇ ਭਾਜਪਾ ਆਪਸ ਵਿੱਚ ਰਲੀ ਹੋਈ ਆ। ਸੋ ਰਲੇ ਤਾਂ ਇਹ ਵੀ ਸੀਗੇ। ਨਹੀਂ, ਰਲੇ ਕੀ ਆ? ਇਹਨਾਂ ਤੇ ਤਾਂ ਹਾਲੇ ਤੱਕ ਵੀ ਲੋਕੀ ਕਹਿੰਦੇ ਆ ਕਿ ਇਹਨਾਂ ਤੇ ਤੁਸੀਂ ਵਿਸ਼ਵਾਸ ਨਾ ਕਰੋ ਇਹਨਾਂ ਤੇ। ਇਹਨਾਂ ਦੇ ਬੰਦੇ ਲੱਖੋਵਾਲ ਹੋਰੀ ਉੱਥੇ ਜਾਂਦੇ ਆ, ਭਜਾਏ ਜਾਂਦੇ ਆ ਉੱਥੋਂ, ਬਿਲਕੁਲ ਠੀਕ ਹੈ ਨਾ, ਸਟੇਜ ਤੋਂ। ਸੋ ਅਜੇ ਤੱਕ ਵੀ ਇਹਨਾਂ ਦੇ ਰਲੇ ਹੋਣ ਦਾ ਲੋਕਾਂ ਨੂੰ ਜ਼ਿਆਦਾ ਜਾਣੀ ਕਿ ਵਿਸ਼ਵਾਸ ਹੈਗਾ। ਕਾਂਗਰਸ ਤਾਂ ਰਲੀ ਆ ਨਹੀਂ ਰਲੀ ਇਹ ਬਾਅਦ ਦੀ ਗੱਲ ਆ ਜੀ। ਕਿਸਾਨਾਂ ਨੇ ਤਾਂ ਮੁੱਢੋਂ ਸੁੱਢੋਂ ਹੀ ਰੱਦ ਕਰ ਦਿੱਤਾ ਨਾ ਇਸ ਚੀਜ਼। ਉਹਨਾਂ ਨੇ ਕਿਹਾ ਵੀ ਅਸੀਂ ਕਮੇਟੀ ਨੂੰ ਨਹੀਂ ਮੰਨਦੇ ਜੀ, ਵੀ ਜਿਹੜੀ ਤਜਵੀਜ਼ਤ ਕਮੇਟੀ ਆ ਜਾਂ ਜਿਹੜੀ ਬਣਾਈ ਆ, ਨਾ ਕਹਿੰਦੇ ਅਸੀਂ ਸੁਪਰੀਮ ਕੋਰਟ ਗਏ ਆ, ਨਾ ਸਾਨੂੰ ਇਹਦੇ ਨਾਲ ਕੋਈ ਲੈਣਾ ਹੈ ਨਾ। ਤੇ ਦੂਸਰਾ ਉਹ ਕਹਿੰਦੇ ਵੀ ਜੀ ਵਕੀਲ ਨਹੀਂ, ਇਹ ਗੱਲ ਬੜੀ ਆਵਾਰੀ ਜਾ ਰਹੀ ਆ, ਵਕੀਲ ਨਹੀਂ ਗਏ। ਉਹ ਕਹਿੰਦੇ ਜਦ ਅਸੀਂ ਪਹਿਲਾਂ ਹੀ ਸਾਡੇ ਵਕੀਲ ਕਹਿ ਚੁੱਕੇ ਸੀ ਵੀ ਅਸੀਂ ਕਮੇਟੀ ਮੰਨਦੇ ਹੀ ਨਹੀਂ ਇਹ, ਠੀਕ ਹੈ ਨਾ, ਭਈ ਤੁਸੀਂ ਕੋਈ ਕੰਕਰੀਟ ਫੈਸਲਾ ਦੇਵੋ। ਸੋ ਦੂਸਰੀ ਗੱਲ ਭਈ ਪਹਿਲੇ ਦਿਨ ਤੋਂ ਜਿਹੜੀ ਹਜ਼ਾਰਾਂ ਵਾਰ ਰਿਪੀਟ ਕਰ ਚੁੱਕੇ ਆ ਕਿਸਾਨ ਆਗੂ ਵੀ ਅਸੀਂ ਤਾਂ ਇਹ ਰੱਦ ਕਰਾਉਣੇ ਆ ਜੀ, ਠੀਕ ਆ। ਰੱਦ ਕਰਾਉਣ ਤੋਂ ਘੱਟ ਕੁਝ ਅਸੀਂ ਗੱਲ ਨਹੀਂ ਕਰਨੀ। ਅੱਛਾ, ਹੁਣ ਆਈਏ ਉਦੋਂ ਜਿਹੜੀ ਕਰਨਾਲ ਦੇ ਵਿੱਚ ਗੜਬੜ ਹੋਈ ਆ ਜੀ, ਉੱਥੇ ਕਹਿੰਦੇ ਇਕੱਠੇ ਕਰਕੇ 900 ਬੰਦਿਆਂ ਤੇ FIR ਹੋ ਗਈ। ਹਾਂ, ਤੁਸੀਂ ਦੇਖੋ ਗੁਰਨਾਮ ਸਿੰਘ ਚੜੂਨੀ ਹੋਰੀ ਜਿਹੜੇ ਮਤਲਬ ਮੁੱਖ ਆਗੂ ਨੇ ਕਿਸਾਨਾਂ ਦੇ, ਬੜੇ ਪੜੇ ਗੁੜੇ ਆਗੂ ਆ, ਉੱਤੇ 900 ਬੰਦਾ ਹੋਰ। ਸੋ ਇੱਕ ਬੰਨੇ ਉਹ ਜਿਹੜੇ ਆ ਕੇਸ ਦਰਜ ਹੋ ਰਹੇ ਆ, ਇੱਕ ਬੰਨੇ ਸੁਪਰੀਮ ਕੋਰਟ ਇਹੋ ਜਿਹੇ ਫੈਸਲੇ ਦੇ ਰਹੀ ਆ, ਠੀਕ ਆ। ਸੋ ਇਹ ਸਾਰਾ ਕੁਛ ਵੱਡੇ ਪੱਧਰ ਤੇ ਕਾਲਾ ਮਾਲਾ ਕਹਾਣੀ। ਕਿਤੇ ਇਦਾਂ ਨਾ ਹੋਵੇ ਕੱਲ ਨੂੰ ਪੂਰੀ ਸਟੇਟ ਤੇ ਹੀ ਹੋ ਜਾਵੇ, ਪੂਰੀ ਸਟੇਟ ਦੇ ਸਾਰੇ ਨਾਗਰਿਕਾਂ ਤੇ ਅਸੀਂ ਕੇਸ ਦਰਜ ਕਰ ਰਹੇ ਹਾਂ। ਇਸ ਸਰਕਾਰ ਤੋਂ ਕੁਝ ਵੀ ਸੰਭਵ ਆ ਜੀ। ਅੱਛਾ, ਇਹਦੇ 'ਚ ਚੜੂਨੀ ਸਾਹਿਬ ਦਾ ਜਿਹੜਾ ਕੇਸ ਹੋਇਆ ਤੇ ਚੜੂਨੀ ਸਾਹਿਬ ਨੇ ਜ਼ਿੰਮੇਵਾਰੀ ਵੀ ਲਈ ਉਹਦੀ, ਕਹਿੰਦੇ ਹਾਂ ਮੈਂ ਜ਼ਿੰਮੇਵਾਰੀ ਲੈਣਾ, ਮੈਂ ਕਿਹਾ ਸੀਗਾ ਵੀ ਭਾਈ ਇਹਨੂੰ ਇਹ ਨਹੀਂ ਹੋਣ ਦੇਣੀਆਂ।
ਕਹਿੰਦੇ ਮੈਂ ਇਸ ਕਰਕੇ ਕਿਹਾ ਸੀ ਵੀ ਅਸੀਂ ਹਰਿਆਣੇ 'ਚ ਬੈਠੇ ਹਾਂ, ਦਿੱਲੀ ਦੀ ਸਰਹੱਦ ਤੇ ਬੈਠੇ ਹਾਂ ਜੀ। ਜੇ ਖੱਟੜ ਸਾਹਿਬ ਕੁਝ ਸਮਝਾਉਣਾ ਚਾਹੁੰਦੇ ਆ ਤੇ ਆਓ ਇੱਥੇ ਆਓ, ਹਰਿਆਣੇ 'ਚ ਬੈਠੇ ਆ, ਸਾਡੇ ਨਾਲ ਗੱਲ ਕਰੋ, ਆ ਕੇ ਸਟੇਜ ਤੋਂ ਇੱਥੋਂ ਬੋਲੋ। ਹਾਂਜੀ। ਤੁਸੀਂ ਸਾਨੂੰ ਚੈਲੰਜ ਕਰਕੇ ਕਹਿ ਰਹੇ ਹੋ ਅਸੀਂ 700 ਸਭਾਵਾਂ ਕਰਾਂਗੇ, ਕਿ ਇੱਕ ਪ੍ਰਦੇਸ਼ ਦਾ ਮੁੱਖ ਮੰਤਰੀ ਜਿਹੜਾ ਆ ਉਹਨੂੰ ਇਹ ਗੱਲਾਂ ਸੋਭਦੀਆਂ ਕਿ ਉਹ ਆਪਣੀ ਪ੍ਰਜਾ ਨੂੰ ਹੀ ਚੈਲੰਜ ਕਰੇ? ਬਿਲਕੁਲ ਨਹੀਂ। ਤੁਸੀਂ ਦੇਖੋ ਭਈ ਖੱਟੜ ਸਾਹਿਬ ਹੁਣ ਲੈ ਕੇ ਦੁਸ਼ਯੰਤ ਚੌਟਾਲਾ ਹੋਰਾਂ ਨੂੰ ਲੋਕ ਤਾਂ ਕਹਿੰਦੇ ਆ ਵੀ ਵਧਾਈਆਂ ਦੇਣ ਹੀ ਗਏ ਆ, ਭਈ ਨਾਲ ਦੀ ਨਾਲ ਕਿਸਾਨਾਂ ਨੂੰ ਅਪੀਲ ਕਰ ਰਹੇ ਵੀ ਬਸ ਹੁਣ ਸੁਪਰੀਮ ਕੋਰਟ ਨੇ ਆਹ ਫੈਸਲਾ ਦੇ ਦਿੱਤਾ ਤੇ ਤੁਸੀਂ ਆਪਣਾ ਵਾਪਸ ਲਵੋ, ਹੈ ਨਾ। ਸੋ ਦਿੱਲੀ ਨੂੰ ਦੌੜਨ ਦੀ ਕਾਲ ਕੀਤੀ, ਹੈ ਨਾ, ਤੇ ਉਹ ਅਮਿਤ ਸ਼ਾਹ ਹੋਰਾਂ ਨੂੰ ਤੇ ਮੋਦੀ ਸਾਹਿਬ ਨਾਲ ਮੁਲਾਕਾਤਾਂ ਕਰਦੇ ਫਿਰ ਰਹੇ ਨੇ। ਹਾਂ, ਇਹ ਤਾਂ ਕਹਿੰਦੇ ਸੀ ਹਰਿਆਣੇ ਦੇ ਬੰਦੇ ਹੀ ਨਹੀਂ ਵਿੱਚ, ਤੇ 900 ਬੰਦਾ ਜਿਹੜਾ ਇਹ ਹਰਿਆਣੇ ਦਾ ਹੀ ਹੋਣਾ, ਇਹ ਪੰਜਾਬ ਤੋਂ ਤੇ ਨਹੀਂ ਗਿਆ ਜਾਂ ਹੋਰ ਸਟੇਟਾਂ ਦੇ ਤੇ ਨਹੀਂ ਆਏ। ਦੇਖੋ ਇਹ ਤਾਂ ਹਾਸੋਹੀਣੀਆਂ ਗੱਲਾਂ ਆ ਤੇਜਪਾਲ ਜੀ, ਭਈ ਸਾਰਾ ਸੂਬਾ ਇਸ ਵੇਲੇ ਉੱਠ ਕੇ ਖੜਾ ਹੋਇਆ ਆ, ਸੂਬਾ ਸਰਕਾਰ ਦੇ ਖਿਲਾਫ ਹੀ। ਤਾਂ ਹੁਣ ਇਹ ਵੀ ਯਕੀਨ ਦਿਵਾਉਣ ਗਏ ਆ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ, ਮੇਰੀ ਸਰਕਾਰ ਪੂਰਾ ਕਾਰਜਕਾਲ ਪੂਰਾ ਕਰੂਗੀ, ਖੱਟੜ ਸਾਹਿਬ ਇਹ ਕਹਿਣ ਗਏ ਆ ਜੀ ਦਿੱਲੀ। ਹਾਂ, ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ, ਅਗਲੀ ਗੱਲ ਵੱਲ ਵਧਦੇ ਹਾਂ ਜੀ। ਸੱਤੀ ਸਾਹਿਬ, ਗੱਲ ਹੁੰਦੀ ਅਦਾਲਤ ਦੇ ਵਿੱਚ ਜੀ, ਉਹ ਪਹਿਲਾਂ ਇਹਨਾਂ ਦੇ ਹੀ ਬੰਦੇ ਜਿਹੜੇ ਭਾਜਪਾ ਦੇ ਬੜੇ ਸੀਨੀਅਰ ਲੀਡਰ ਆ ਔਰ ਮਿਨਿਸਟਰ ਨੇ, ਕੇਂਦਰੀ ਮੰਤਰੀ, ਉਹ ਇਸੇ ਗੱਲ ਨੂੰ ਕਹਿ ਚੁੱਕੇ ਆ ਵੀ ਭਾਈ ਇੱਥੇ ਕੋਈ ਖਾਲਿਸਤਾਨੀ ਨਹੀਂ। ਐਡਵੋਕੇਟ ਜਨਰਲ ਆਫ ਇੰਡੀਆ ਫਿਰ ਅਦਾਲਤ 'ਚ ਜਾ ਕੇ ਕਹਿ ਰਹੇ ਆ ਵੀ ਭਾਈ ਇੱਥੇ ਖਾਲਿਸਤਾਨੀ ਆ, ਤੇ ਅਦਾਲਤ ਕਹਿ ਰਹੀ ਆ ਤੇ ਕਿਸਾਨ ਕਹਿ ਰਹੇ ਭਾਈ ਜੇ ਤੁਹਾਨੂੰ ਖਾਲਿਸਤਾਨੀ ਦੀ ਤਾਂ ਤੁਸੀਂ ਫੜ ਲਓ। ਇਹ ਕੀ ਕਾਲਾ ਮਾਲਾ ਕਰੀ ਜਾ ਰਹੇ ਸਾਰੇ? ਤੁਹਾਨੂੰ ਪਤਾ ਹੋਣਾ ਵੀ ਉੱਥੇ ਪੁਲਿਸ ਦੇ ਬੰਦੇ ਸ਼ਰਾਬ ਪੀ ਕੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਫੜੇ। ਬਿਲਕੁਲ, ਪੁਲਿਸ ਦੇ 7-8 ਬੰਦੇ ਸ਼ਰਾਬ ਪੀ ਕੇ ਲੰਗਰ ਇਧਰੋਂ ਛਕਦੇ ਆ, ਠੀਕ ਆ, ਔਰ ਉਹਦੇ ਬਾਵਜੂਦ ਵੀ ਉਹ ਕਹਿ ਰਹੇ ਆ ਵੀ 26 ਨੂੰ ਅਸੀਂ ਤੁਹਾਡੇ ਗੋਲੀਆਂ ਮਾਰਾਂਗੇ ਆ ਕੇ ਸ਼ਰਾਬ ਪੀ ਕੇ, ਤੇ ਨਾਲ ਕਹਿ ਰਹੇ ਆ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ ਉੱਥੇ ਆ। ਤੇ ਇਹਦੇ ਤੋਂ ਹੁਣ ਕੋਈ ਮਤਲਬ ਗੱਲ ਲੁਕੀ ਛਿਪੀ ਨਹੀਂ ਰਹਿਣੀ ਚਾਹੀਦੀ ਪਈ। ਸਰਕਾਰ ਖਾਲਿਸਤਾਨ ਦੇ ਨਾਂ ਤੇ ਤਾਰਪੀਡੋ ਕਰਨਾ ਚਾਹੁੰਦੀ ਪਹਿਲੇ ਦਿਨ ਤੋਂ। ਕਦੀ ਖਾਲਿਸਤਾਨੀ ਦੱਸਦੀ ਆ, ਕਦੀ ਆਪਾਂ ਕਹਿੰਦੇ ਆ ਮਾਓਵਾਦੀ ਦੱਸਦੀ ਆ, ਕਦੀ ਕੁਛ ਹੋਰ ਦੱਸਦੀ ਆ, ਹੈ ਨਾ, ਕਦੀ ਜਿਹੜੇ ਖਾਲਸਾ ਏਡ ਵਾਲੇ ਆ ਉਹਨਾਂ ਨੂੰ ਵੀ ਖਾਲਿਸਤਾਨੀ ਦੱਸਣ ਡਈ ਆ। ਸੋ ਜਿਹੜਾ ਇੱਕ ਸਰੂਪ ਹੈ, ਗੁਰੂ ਮਹਾਰਾਜ ਨੇ ਸਿੱਖਾਂ ਨੂੰ ਦਸਤਾਰਾਂ ਦਿੱਤੀਆਂ, ਦਾੜੇ ਦਿੱਤੇ ਨੇ, ਬਿਲਕੁਲ, ਤਾਂ ਸੇਵਾ ਭਾਵਨਾ ਦਿੱਤੀ ਕੁੱਟ-ਕੁੱਟ ਕੇ ਭਰੀ ਹੋਈ ਆ, ਬਿਲਕੁਲ, ਤੇ ਪੁਲਿਸੀਏ ਡਾਂਗਾ ਮਾਰ ਰਹੇ ਆ, ਉਹਨਾਂ ਨੂੰ ਵੀ ਲੰਗਰ ਛਕਾ ਰਹੇ ਆ। ਸੋ ਉਹ ਹੁਣ ਖਾਲਿਸਤਾਨੀ ਦਿਸਦੇ ਆ। ਸੁਪਰੀਮ ਕੋਰਟ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਵੇਣੂਗੋਪਾਲ ਹੋਰਾਂ ਨੂੰ ਭਈ ਤੁਸੀਂ ਰਿਕਾਰਡ ਤੇ ਲਿਆਓ, ਤੁਹਾਡੇ ਕੋਲ ਜਿਹੜੇ ਸਬੂਤ ਆ ਉਹ ਪੇਸ਼ ਕਰੋ। ਤਾਂ ਸਭ ਤੋਂ ਪਹਿਲਾਂ ਤਾਂ ਉਹ ਜਿਹੜੇ ਸ਼ਰਾਬੀ ਪੁਲਿਸੀਏ ਖਾਲਿਸਤਾਨ ਦੇ ਨਾਅਰੇ ਲਾਉਂਦੇ ਸੀ ਉਹੀ ਸੁਪਰੀਮ ਕੋਰਟ 'ਚ ਪੇਸ਼ ਕਰਨੇ ਚਾਹੀਦੇ ਆ, ਫੜ ਕੇ ਭਈ ਆਹ ਲੋਕ ਆ ਖਾਲਿਸਤਾਨੀ, ਹੈ ਨਾ। ਫਿਰ ਉਹਨਾਂ ਨੂੰ ਅੱਗੇ ਪ੍ਰੂਵ ਕਰਨਾ ਕੋਰਟ ਦਾ ਕੰਮ ਆ, ਭਈ ਗਵਾਹੀਆਂ ਹੁੰਦੀਆਂ, ਜੋ ਵੀ ਹੁੰਦਾ ਬਹਿਸ ਹੁੰਦੀ ਆ। ਸੋ ਦੇਖੋ ਇਹ ਤਾਂ ਆਪਾਂ ਕਹਿੰਦੇ ਆ ਭਈ ਘਟੀਆ ਦਰਜੇ ਦੀ ਤੁਹਮਤਬਾਜ਼ੀ ਮੈਂ ਇਹਨੂੰ ਕਹਾਂਗਾ ਜੀ, ਭਈ ਖਾਲਿਸਤਾਨੀ ਦੱਸਣਾ, ਲਹਿਰ ਦੇ ਲੋਕਾਂ ਨੂੰ ਉਹ 'ਚ ਘੁਸਪੈਠ ਦੱਸਣੀ, ਇਹ ਸਾਰਾ ਮਤਲਬ ਜਿਹੜਾ ਖਲਾਰਾ ਪਾ ਰਹੀ ਹੈ ਕੇਂਦਰ ਸਰਕਾਰ। ਹੁਣ ਆਪਾਂ ਦੇਖਦੇ ਹਾਂ ਭਈ ਸੁਪਰੀਮ ਕੋਰਟ ਦੇ ਵਿੱਚ ਕੀ ਸਬੂਤ ਦਿੰਦੇ ਆ ਉਹ ਜੀ ਖਾਲਿਸਤਾਨੀ ਹੋਣ ਦੇ। ਤੁਸੀਂ ਥੋੜ੍ਹੀ ਜਿਹੀ ਹਰਿਆਣਾ ਸਰਕਾਰ ਦੀ ਗੱਲ ਕੀਤੀ ਸੀ, ਮੈਂ ਦੁਬਾਰਾ ਉਸੇ ਗੱਲ ਤੇ ਆਉਣਾ ਜੀ। ਇੱਕ ਪਾਸੇ ਅਬੇ ਚੌਟਾਲਾ ਜੀ, ਅਬੇ ਚੌਟਾਲਾ ਨੇ ਇੱਕ ਚਿੱਠੀ ਲਿਖੀ ਆ ਸਪੀਕਰ ਜਿਹੜੇ ਵਿਧਾਨ ਸਭਾ ਦੇ ਹਰਿਆਣਾ ਵਾਲੇ, ਉਹਨਾਂ ਨੂੰ ਲਿਖਿਆ ਵੀ ਭਾਈ ਤੁਸੀਂ 26 ਤਰੀਕ ਤੱਕ ਇਸ ਮਸਲੇ ਦਾ ਜੇ ਤੁਹਾਡੀ ਗਵਰਨਮੈਂਟ, ਸੈਂਟਰ ਗਵਰਨਮੈਂਟ ਹੱਲ ਨਹੀਂ ਕੱਢਦੀ ਤੇ ਇਹ ਮੇਰਾ ਅਸਤੀਫਾ ਮੰਨਿਆ ਜਾਵੇ। ਤੇ ਦੂਜੇ ਪਾਸੇ ਕਿਸਾਨ ਜਿਹੜੇ ਆ ਦੁਸ਼ਯੰਤ ਚੌਟਾਲਾ ਨੂੰ ਕਹਿ ਰਹੇ ਆ ਵੀ ਸਾਡੇ ਨਾਲ ਐਡਾ ਵੱਡਾ ਧੋਖਾ ਦੁਸ਼ਯੰਤ ਚੌਟਾਲਾ ਨੇ ਕੀਤਾ ਵੀ ਐਂਟੀ BJP ਸਾਤੋਂ ਵੋਟ ਲਈ ਆ ਔਰ ਜਾ ਕੇ BJP ਨਾਲ ਰਲ ਗਿਆ ਜੀ, ਠੀਕ ਆ।
ਤੇ ਇਹਨਾਂ ਦੋਹਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਦੁਸ਼ਯੰਤ ਚੌਟਾਲਾ ਸਾਹਿਬ ਹੁਣ ਖੱਟੜ ਸਾਹਿਬ ਦੇ ਨਾਲ ਸੈਂਟਰ ਦੇ ਵਿੱਚ ਜਾ ਕੇ ਤੇ ਕਦੇ ਗ੍ਰਹਿ ਮੰਤਰੀ ਨੂੰ ਮਿਲ ਰਿਹਾ ਤੇ ਹੁਣ ਕਹਿੰਦੇ ਪ੍ਰਧਾਨ ਮੰਤਰੀ ਨੂੰ ਮਿਲ। ਤਾਜ਼ਾ ਘਟਨਾਕ੍ਰਮ ਤਾਂ ਇਹੀ ਹੈ ਭਈ ਦੁਸ਼ਯੰਤ ਚੌਟਾਲਾ ਸਾਹਿਬ ਜਿਹੜੇ ਆ ਮਨੋਹਰ ਲਾਲ ਖੱਟਰ ਹੋਰਾਂ ਦੇ ਨਾਲ ਦਿੱਲੀ ਬੈਠੇ ਆ, ਤਾਂ ਅਭੈ ਚੌਟਾਲਾ ਹੋਰੀ ਪਿਛਲੇ ਦਿਨੀ ਉਹਨਾਂ ਦਾ ਬਿਆਨ ਆਇਆ ਸੀ ਵੀ ਮੈਂ ਅਸਤੀਫਾ ਦੇ ਰਿਹਾ, ਤੇ ਉਹ ਲੋਕ ਜਿਹੜਾ ਅੰਦੋਲਨ ਆ ਉਹਦੇ ਲਈ ਲਾਮਬੰਦੀ ਵੀ ਕਰ ਰਹੇ ਆ, ਘਰ ਘਰ ਜਾ ਰਹੇ ਆ। ਸੋ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਪਈ ਭਾਜਪਾ ਦੇ ਵਿਰੁੱਧ ਵੋਟਾਂ ਲਈਆਂ, ਸੁੱਖ ਨਾਲ ਅਕਾਲੀਆਂ ਨੇ ਵੀ ਦੋਹਰੀ ਚਾਲ ਖੇਡਦਿਆਂ ਪਈ ਦਿੱਲੀ ਦੇ ਵਿੱਚ ਭਾਜਪਾ ਦੀ ਹਮਾਇਤ ਕਰ ਰਹੇ ਆ ਜੀ, ਹਰਿਆਣਾ ਦੇ ਵਿੱਚ ਭਾਜਪਾ ਦੀ ਹਮਾਇਤ ਕਰ ਮਤਲਬ ਅਗੇਂਸਟ ਜਾ ਰਹੇ ਆ, ਅਭੈ ਚੌਟਾਲਾ ਹੋਰਾਂ ਦੀ ਅਨੈਲੀ ਮਦਦ ਕਰ ਰਹੇ ਨੇ। ਸੋ ਉਹ ਪੁਰਾਣੀ ਭਿਆਲੀ ਜਿਹੜੀ ਆ ਦੇਵੀ ਲਾਲ ਵੇਲਿਆਂ ਤੋਂ ਚੱਲੀ ਆਉਂਦੀ ਉਹ ਭਗਾਈ ਉੱਥੇ, ਠੀਕ ਆ। ਸੋ ਹੁਣ ਉਹ ਭਾਜਪਾ ਦੇ ਖਿਲਾਫ ਮਤਲਬ ਜਿਹੜਾ ਆ ਉਹ ਲਹਿਰ ਨੂੰ ਕੈਸ਼ ਕਰਕੇ ਤਾਂ ਮੁੜ ਕੇ ਹੁਣ ਭਾਜਪਾ ਦੀ ਤਰਫਦਾਰੀ ਕਰ ਰਹੇ ਆ। ਉਹ 'ਚ ਕੋਈ ਦੋ ਰਾਵਾਂ ਹੀ ਨਹੀਂ ਰਹਿ ਗਈਆਂ, ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿ ਗਈ ਵੀ ਭਾਜਪਾ ਨਾਲ ਰਲ ਗਏ ਨੇ ਦੁਸ਼ਯੰਤ ਚੌਟਾਲਾ ਹੋਰੀ। ਤਾਂ ਅਭੈ ਚੌਟਾਲਾ ਦਾ ਜਿਹੜਾ ਕਹਿਣਾ ਆ ਵੀ 26 ਤਰੀਕ ਤੱਕ ਉਹ ਪਹਿਲਾਂ ਹੀ ਅਲਟੀਮੇਟਮ ਉਹਨਾਂ ਨੇ ਦਿੱਤਾ ਸੀ, ਪਰ ਦੇਖੋ ਕਈ ਵਾਰੀ ਕਹਿੰਦੇ ਹੁੰਦੇ ਦੇਰ ਆਇਦ ਦਰੁਸਤ ਆਇਦ ਜੀ, ਜੇ ਜਿਹੜਾ ਉਹਨਾਂ ਦਾ ਇਹ ਜੈਸਚਰ ਆ ਨਾ, ਪੇਸ਼ਕਸ਼ ਆ, ਇਹਨੂੰ ਵੀ ਆਪਾਂ ਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਪਈ ਜਿਹੜਾ ਆ ਉਹ ਲੋਕਾਂ ਦੇ ਹੱਕ ਦੀ ਗਲਤ ਕਰ ਰਹੇ ਨੇ ਇਸ ਵੇਲੇ। ਪਰ ਜਿਹੜਾ ਦੁਸ਼ਯੰਤ ਚੌਟਾਲਾ ਹੋਰਾਂ ਦਾ ਖੱਟਰ ਸਾਹਿਬ ਦੇ ਨਾਲ ਜਾ ਕੇ ਵਧਾਈਆਂ ਦੇਣ ਗਏ, ਮੈਂ ਤਾਂ ਉਹਨੂੰ ਕਹਾਂਗਾ ਲੋਹੜੀ ਮੰਗਣ ਤੇ ਨਹੀਂ ਗਏ, ਲੋਹੜੀ ਦੀਆਂ ਵਧਾਈਆਂ ਪਲੱਸ ਸੁਪਰੀਮ ਕੋਰਟ ਦੇ ਕੱਲ ਦੀ ਜਿਹੜੀ ਵਰਡਿਕਟ ਆ ਉਹਦੀਆਂ ਵਧਾਈਆਂ ਦੇਣ ਗਏ ਲੱਗਦੇ ਮੈਨੂੰ। ਜੀ 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 ਜੀ। ਅੱਛਾ, ਹੁਣ ਪਿੱਛੇ ਮਤਲਬ ਇੰਨਾ ਗਾਣੇ ਜਿਹੜੇ ਲਿਖੇ ਗਏ ਪੰਜਾਬ ਦੇ ਵਿੱਚ, ਉਹ ਬੜੇ ਗੰਦੇ ਤਰੀਕੇ ਦੇ ਗਾਣੇ ਲਿਖੇ ਗਏ ਜਿਹੜੇ ਹਥਿਆਰਾਂ ਨੂੰ ਵੀ ਪ੍ਰਮੋਟ ਕਰਦੇ ਸੀ, ਔਰਤ ਨੂੰ ਵੀ ਇੱਕ ਜਿਹੜਾ ਕਹਿੰਦੇ ਹੁੰਦੇ ਆ ਵਸਤੂ ਵਜੋਂ ਪੇਸ਼ ਕਰ ਰਹੇ ਸੀਗੇ। ਉਦੋਂ ਪੰਜਾਬ ਸਰਕਾਰ ਜਾਗੀ ਨਹੀਂ ਜੀ, ਤੇ ਹੁਣ ਜਦੋਂ ਇਹ ਕੇਸ ਹੋ ਗਿਆ ਸੀ, ਆਪਾਂ ਸਾਰਿਆਂ ਨੂੰ ਪਤਾ ਵੀ ਸ਼੍ਰੀ ਬਰਾੜ ਦੇ ਉੱਤੇ ਕੇਸ ਕੀਤਾ ਗਿਆ, ਉਹਨੂੰ ਚੱਕ ਕੇ ਅੰਦਰ ਕੀਤਾ ਗਿਆ ਤੇ ਉਹਦੀ ਮਾਰਕੁੱਟ ਵੀ ਕੀਤੀ ਗਈ, ਠੀਕ ਆ। ਤੇ ਹੁਣ ਉਹਨੂੰ ਕਹਿੰਦੇ ਜ਼ਮਾਨਤ ਮਿਲੀ ਆ। ਤੇ ਇਹਨਾਂ ਦੋਹਾਂ ਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਵੀ ਉਦੋਂ ਕਿਉਂ ਨਹੀਂ ਸਰਕਾਰ ਜਾਗੀ ਤੇ ਹੁਣ ਕਿਉਂ ਸਰਕਾਰ ਜਾਗ ਰਹੀ? ਦੇਖੋ ਤੇਜਪਾਲ ਜੀ, ਜਿਹੜਾ ਸ਼੍ਰੀ ਬਰਾੜ ਹੋਰੀ ਆ ਨਾ, ਉਹਨਾਂ ਦਾ ਸਭ ਤੋਂ ਵੱਡਾ ਕਸੂਰ ਇਹ ਆ ਵੀ ਉਹਨਾਂ ਨੇ ਕਿਸਾਨਾਂ ਦਾ ਐਂਥਮ ਲਿਖਿਆ, ਕਿਸਾਨਾਂ ਦਾ ਗੀਤ ਲਿਖਿਆ, ਬਿਲਕੁਲ ਕਿਸਾਨਾਂ ਦੇ ਗੋਗੇ ਗਾਏ ਨੇ, ਲਹਿਰ ਨੂੰ ਵਡਿਆਇਆ, ਇਸ ਅੰਦੋਲਨ ਨੂੰ ਵਡਿਆਇਆ। ਉਹਨਾਂ ਦਾ ਬਸ ਇਹੀ ਇੱਕ ਕਸੂਰ ਆ। ਤੇ ਇਹ ਸਾਰਾ ਕੁਝ ਲੋਕ ਸਮਝਦੇ ਆ ਵੀ ਕੇਂਦਰ ਸਰਕਾਰ ਦੇ ਦਬਾਅ ਤੇ ਉਹਦੇ ਖਿਲਾਫ ਕੇਸ ਦਰਜ ਹੋਇਆ। ਹੁਣ ਕੱਲ ਪਰਸੋਂ ਇਹ ਵੀ ਰੌਲਾ ਪਿਆ ਸੀ ਵੀ ਉਹਨਾਂ ਦੇ ਪਿਤਾ ਜੀ ਤੇ ਵੀ ਕੇਸ ਦਰਜ ਹੋਇਆ, ਜਿਸ ਤੋਂ ਹੁਣ ਜਿਹੜੇ ਦੁੱਗਲ ਸਾਹਿਬ ਨੇ SSP ਪਟਿਆਲਾ ਉਹਨਾਂ ਨੇ ਇਨਕਾਰ ਕੀਤਾ ਹੈਗਾ। ਪੰਜਾਬ ਸਰਕਾਰ ਨੇ ਵੀ ਬਿਆਨ ਦਿੱਤਾ ਵੀ ਉਹਨਾਂ ਤੇ ਕੋਈ ਕੇਸ ਦਰਜ ਨਹੀਂ ਹੋਇਆ। ਪਰ ਸ਼੍ਰੀ ਬਰਾੜ ਨੂੰ ਤੁਰੰਤ ਗ੍ਰਿਫਤਾਰੀ, ਫਿਰ ਉਹਦੀ ਮਾਰਕੁੱਟ, ਉਹਦੇ ਨਾਲ ਜਿਹੜਾ ਆ ਰੁੱਖਾ ਵਿਵਹਾਰ ਕੀਤਾ ਗਿਆ ਥਾਣੇ ਦੇ ਵਿੱਚ, ਹੈ ਨਾ। ਸੋ ਇਹਨੂੰ ਤੁਸੀਂ ਕਿੱਦਾਂ ਲਵੋਗੇ? ਸਰਕਾਰ ਦੇਖੋ, ਅਕਾਲੀ ਦਲ ਨੇ ਤਾਂ ਹੁਣ ਕਿਹਾ ਹੀ ਆ ਵੀ ਕਾਂਗਰਸ ਰਲੀ ਹੋਈ ਆ, ਤਾਂ ਇਹਦੇ ਤੋਂ ਤਾਂ ਇਹੀ ਸਿੱਧ ਹੁੰਦਾ ਵੀ ਕਾਂਗਰਸ ਰਲੀ ਹੋਈ ਆ ਤੇ ਕੇਂਦਰ ਦੇ ਇਸ਼ਾਰੇ ਤੇ ਸ਼੍ਰੀ ਬਰਾੜ ਨੂੰ ਫੜਿਆ ਗਿਆ ਕਿਉਂਕਿ ਕਿਸਾਨਾਂ ਦੇ ਗੋਗੇ ਗਾਏ ਆ ਜੀ। ਦੂਜੇ ਬੰਨੇ ਮੈਂ ਕਹਿਣਾ ਚਾਹਾਂਗਾ ਵੀ ਮੂਸੇਵਾਲੀਆ ਸਰਕਾਰੀ ਹਥਿਆਰ, ਸਰਕਾਰੀ ਰੇਂਜ ਜਿੱਥੇ ਉਹ ਚਲਾਏ ਜਾਂਦੇ ਆ ਉੱਥੇ ਸ਼ੂਟਿੰਗ ਹੁੰਦੀ ਆ, ਠੀਕ ਹੈ। ਸਰਕਾਰ ਜਿਹੜੇ ਪੁਲਿਸ ਦੇ ਅਫਸਰ ਆ ਉਹਨਾਂ ਦੇ ਨਾਲ ਉਹ ਘੁੰਮਦਾ ਫਿਰਦਾ, ਠੀਕ ਹੈ, ਔਰ ਉਹ ਕਾਂਗਰਸ ਦੇ ਆਗੂਆਂ ਨਾਲ ਘੁੰਮਦਾ ਫਿਰਦਾ, ਉਹਨੂੰ ਤਾਂ ਗ੍ਰਿਫਤਾਰ ਕਰਕੇ ਕੇਸ ਨਹੀਂ ਚਲਾਇਆ ਗਿਆ, ਮਤਲਬ ਠੀਕ ਹੈ। ਤੇ ਸ਼੍ਰੀ ਬਰਾੜ ਨੂੰ ਫੰਡ 'ਚ ਬੜੀ ਕਾਹਲ ਕਰਦੀ ਹੈ ਸਰਕਾਰ, ਠੀਕ ਹੈ। ਮੂਸੇਵਾਲੀਆ ਪਟਿਆਲੇ ਦੇ ਵਿੱਚ ਕਿਸੇ ਸਿਆਸਤਦਾਨ ਦੇ ਨਾਲ ਘੁੰਮਦਾ, ਪੱਤਰਕਾਰ ਘੇਰ ਲੈਂਦੇ ਆ ਗੱਡੀ ਵੀ ਤੇਰੇ ਤੇ ਤਾਂ ਪਰਚਾ ਦਰਜ ਆ, ਤੂੰ ਕਿੱਦਾਂ ਤੁਰਿਆ ਫਿਰਦਾ? ਤੁਸੀਂ ਸਮਝ ਸਕਦੇ ਹੋ ਭਈ ਸਰਕਾਰ ਦੇ ਕਿੱਦਾਂ ਦੋਹਰੇ ਮਾਪਦੰਡ ਆ। ਤੇ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਲੱਗਦੀਆਂ ਵੀ ਕੇਂਦਰ ਦੇ ਨਾਲ ਰਲ ਕੇ ਕੇਂਦਰ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ। ਤਾਂ ਲੋਕ ਅੱਗੇ ਕਹਿੰਦੇ ਆ ਰੋਜ਼ ਭਈ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਿਹੜਾ ਆ ਉਹ ਕੇਸਾਂ 'ਚੋਂ ਬੰਦ ਖਲਾਸੀ ਚਾਹੁੰਦੇ ਆ ਕੈਪਟਨ ਸਾਹਿਬ, ਇਸ ਕਰਕੇ ਭਾਜਪਾ ਦੇ ਇਸ਼ਾਰੇ ਤੇ ਹੁਣ ਜੋ ਵੀ ਮਤਲਬ ਹੋ ਰਿਹਾ ਪੰਜਾਬ ਦੇ ਵਿੱਚ ਉਹਨਾਂ ਦੇ ਇਸ਼ਾਰੇ ਤੇ। ਤੁਸੀਂ ਪਿਛਲੇ ਦਿਨੀ ਦੇਖੋ ਆਪਣੇ ਰਿਲਾਇੰਸ ਦੇ ਕੇਸ ਦਰਜ ਕਰਨ ਤੱਕ ਗਏ, ਹੋਰ ਮਾਮਲਿਆਂ ਤੇ। ਹੁਣ ਇੱਕ ਹੋਰ ਪਟੀਸ਼ਨ ਵੀ ਪਿਛਲੇ ਦਿਨੀ ਆਈ ਆ ਵੀ ਆਹ ਜਿਹੜਾ ਟੋਲ ਪਲਾਜ਼ਾ ਵਾਲਿਆਂ ਨੇ ਵੀ ਉਹ ਵੀ ਪਾਈ ਆ, ਉਹ ਵੀ ਉਹਨਾਂ ਨੇ ਪਾਈ ਆ, ਤੇ ਉਹ ਵੀ ਤੁਸੀਂ ਦੇਖਿਓ ਪਈ ਉਹ ਖੋਲਣ ਦੇ ਆਦੇਸ਼ ਆ ਜਾਣੇ। ਨਹੀਂ, ਇੱਕ ਚੀਜ਼ ਹੋਰ ਵੀ ਆ, ਜਿੱਦਾਂ ਪ੍ਰਧਾਨ ਆਪਣੇ ਪੰਜਾਬ ਦੇ ਅਸ਼ਵਨੀ ਸ਼ਰਮਾ BJP ਵਾਲੇ,
ਉਹ ਜਿੱਦਾਂ ਤੀਜੇ ਕੁ ਦਿਨ ਰੈਲੀ ਰੱਖ ਕੇ ਬਹਿ ਜਾਂਦੇ ਆ ਔਰ ਉੱਥੇ ਉਸ ਸ਼ਹਿਰ ਦਾ ਪੂਰਾ ਮਾਹੌਲ ਵਿਗਾੜ ਰਹੇ ਆ ਔਰ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਰ ਰਹੀ, ਉਹਨਾਂ ਨੂੰ ਪਿਛਲੇ ਦਰਵਾਜ਼ੇ ਥਾਣੀ ਕੱਢ ਰਹੀ ਆ ਤੇ ਕਿਸਾਨਾਂ ਦੇ ਲਾਠੀ ਚਾਰਜ ਵੀ ਹੁੰਦਾ, ਕਿਸਾਨਾਂ ਦੇ ਸਾਰਾ ਕੁਝ ਹੁੰਦਾ। ਇੱਥੋਂ ਲੱਗਦਾ ਪਿਆ ਵੀ ਆਪਸ ਵਿੱਚ ਇਕੱਠੀ ਗੇਮ ਖੇਡ ਰਹੇ ਆ। ਜਲੰਧਰ ਦੀ ਰੈਲੀ ਦੇਖੋ ਜੀ, ਵੀ ਕਿਸਾਨਾਂ ਨੂੰ ਖਦੇੜਿਆ ਜਾਂਦਾ, ਠੀਕ ਆ, ਮੁੜ ਕੇ ਕਾਂਗਰਸ ਦੇ ਗੁੰਡੇ ਵੀ ਦੱਸਿਆ ਜਾਂਦਾ। ਜੀ, ਮਤਲਬ ਅਸ਼ਵਨੀ ਸ਼ਰਮਾ ਹੋਰੀ ਬਿਆਨ ਦਿੰਦੇ ਆ ਵੀ ਇਹ ਕਾਂਗਰਸ ਦੇ ਗੁੰਡੇ ਨੇ, ਜਿੱਤੇ ਸੁਖਵਿੰਦਰ ਕੋਟਲੀ ਹੁਣੀ ਇਤਰਾਜ਼ ਵੀ ਕਰਦੇ ਆ, ਉਹ 'ਚ ਤਾਂ ਕਿਰਤੀ ਗਏ ਸੀ, ਆਮ ਮਿਹਨਤਕਸ਼ ਵੀ ਉੱਥੇ ਸ਼ਾਮਲ ਸੀ। ਉਹਨਾਂ ਨੂੰ ਖਦੇੜ ਕੇ ਗ੍ਰਿਫਤਾਰੀਆਂ ਹੁੰਦੀਆਂ ਤੇ ਉਹਨਾਂ ਦਾ 2-3 ਘੰਟੇ ਸਮਾਗਮ ਚਲਾਉਂਦੇ ਆ ਸ਼ਹਿਰ ਦੇ ਵਿਚਾਲੇ ਕੰਪਨੀ ਬਾਗ 'ਚ, ਠੀਕ ਹੈ, ਚੌਂਕ ਦੇ ਵਿੱਚ। ਸੋ ਤੁਸੀਂ ਕੀ ਕਹੋਗੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਰਹਿੰਦੀ ਆ ਵੀ ਸਰਕਾਰ ਰਲੀ ਹੋਈ ਆ ਭਾਜਪਾ ਦੇ ਨਾਲ? ਬਿਲਕੁਲ ਸਹੀ ਗੱਲ ਆ। ਅੱਛਾ, ਹੁਣ ਆਪਾਂ ਚੱਲੀਏ, ਉਹ ਸਰਕਾਰ ਆਪ ਮਾਹੌਲ ਖਰਾਬ ਹੋਣ ਬਿਲਕੁਲ ਠੀਕ ਹੈ ਨਾ। ਜਦ ਤੁਸੀਂ ਦੇਖੋ ਵੀ ਲੋਕੀ ਰੋਹ ਦੇ ਵਿੱਚ ਆ, ਤੁਸੀਂ ਉਹਨਾਂ ਦੀਆਂ ਰੈਲੀਆਂ ਅਲਾਉ ਕਰ ਰਹੇ ਆ, ਉਹਨਾਂ ਤੇ ਕਿਉਂ ਨਹੀਂ ਪਾਬੰਦੀ ਲਾਉਂਦੀ ਸਰਕਾਰ? ਜੀ 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 ਜੀ। ਅੱਛਾ, ਮਾਹੌਲ ਤੇ ਖਰਾਬ ਕਹਿੰਦੇ ਅਮਰੀਕਾ 'ਚ ਵੀ ਹੋਇਆ ਸੀ ਜੀ, ਥੋੜੇ ਦਿਨ ਹੋਏ ਆ, ਤੇ ਉਹ ਜਿਹੜਾ ਮਾਹੌਲ ਖਰਾਬ ਹੋਇਆ ਸੀ ਹੁਣ ਕਹਿੰਦੇ ਟਰੰਪ ਸਾਹਿਬ ਦੀ ਹਵਾ ਖਰਾਬ ਕਰਨ ਡਿਆ। ਦੇਖੋ ਟਰੰਪ ਸਾਹਿਬ ਦੀ ਹਵਾ ਤਾਂ ਮਤਲਬ ਰਹਿੰਦੀ ਦੁਨੀਆ ਤੱਕ ਜਿੰਨੀ ਖਰਾਬ ਹੋ ਗਈ ਆ ਵੀ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ, ਨਾ ਕਦੀ ਹੋਇਆ ਤਾਂ ਨਾ ਗਾਂਹ ਹੋਣਾ ਹੈਗਾ। ਤਾਂ ਤੁਸੀਂ ਅਗਲੀ ਗੱਲ ਆ ਵੀ ਜਿਹੜੇ ਮਾਈਕ ਪੈਂਸ ਆ ਉਹ ਹੁਣ ਤਰਫਦਾਰੀ ਤੇ ਆ ਗਏ ਆ, ਬਚਾਉਣਾ ਚਾਹੁੰਦੇ ਆ। ਹਾਲਾਂਕਿ ਉਹਨਾਂ ਨੂੰ ਗੱਦੀਆਂ ਲਾਂਭੇ ਕਰਕੇ ਥੋੜੇ ਦਿਨਾਂ ਲਈ ਆਪ ਰਾਸ਼ਟਰਪਤੀ ਬਣ ਸਕਦੇ ਸੀ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਹੁਣ ਉਹ ਦੱਸਦੇ ਆ ਵੀ ਮੈਂ ਜਿਹੜਾ ਆ ਉਹ ਧਾਰਾ 25 ਜਿਹੜੀ ਆ ਅਮਰੀਕੀ ਸੰਵਿਧਾਨ ਦੀ, ਉਹਦੀ ਵਰਤੋਂ ਨਹੀਂ ਕਰਨੀ। ਕਿਉਂ ਨਹੀਂ ਕਰਨੀ? ਵੀ ਇਹਦੇ ਨਾਲ ਨਾ ਦੇਸ਼ ਦਾ ਇਤਿਹਾਸ ਕਲੰਕਿਤ ਹੁੰਦਾ ਵੀ ਦੂਜੀ ਵਾਰੀ ਜਿਹੜਾ ਮਹਾਦੋਸ਼ ਦਾ ਮੁਕੱਦਮਾ ਚੱਲੇਗਾ। ਨੈਂਸੀ ਪੈਲੋਸੀ ਜਿਹੜੇ ਸਪੀਕਰ ਨੇ ਮੈਡਮ, ਉਹ ਕਹਿੰਦੇ ਆ ਵੀ ਚਲਾਇਆ ਜਾਵੇ। ਬਿਲਕੁਲ, ਪ੍ਰਤੀਨਿਧ ਸਦਨ ਦੇ ਵਿੱਚ VOTING ਵੀ ਹੋਈ ਆ। ਪਰ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਅੱਜ 13 ਤਰੀਕ ਹੋ ਗਈ ਆ, ਮਸਾਂ ਹੀ ਹਫਤਾ ਰਹਿ ਗਿਆ। ਆਮ ਪ੍ਰੋਸੈਸ ਵੀ ਜਿਹੜਾ ਆ ਜਿਹੜਾ ਪ੍ਰੋਸੀਕਿਊਸ਼ਨ ਦਾ, ਉਹ 10 ਦਿਨ ਲੱਗ ਜਾਂਦੇ ਆ। ਸੋ ਟੈਕਨੀਕਲੀ ਮੈਨੂੰ ਲੱਗਦਾ ਹੁਣ ਨਹੀਂ ਹੋ ਸਕਦਾ। ਤੇ ਪਰ ਤੁਸੀਂ ਉਹਨਾਂ ਦਾ ਦੇਖੋ ਟਰੰਪ ਸਾਹਿਬ ਦਾ ਵੀ ਅਜੇ ਵੀ ਕਹਿ ਰਹੇ ਆ ਭਈ ਹੁਣ ਉਹ ਪਹਿਲਾਂ ਮਾਫੀ ਮੰਗੀ ਸੀ ਵੀ ਜੋ ਕੁਝ ਹੋਇਆ ਮੈਨੂੰ, ਤੇ ਉਹ ਆਪਣੇ ਆਪ ਨੂੰ ਆਪ ਹੀ ਮਾਫ ਕਰੀ ਜਾਂਦੇ, ਉਹਦਾ ਤਾਂ ਕੀ ਆ? ਅੱਛਾ, ਆਪ ਵੀ ਮਾਫੀ ਦੇ ਸਕਦੇ ਆ ਕੋਈ ਪਾਵਰਾਂ ਨੇ। ਹੁਣ ਇਹ ਵੀ ਦੇਖਣ ਵਾਲੀ ਗੱਲ ਆ ਭਈ ਇਸ ਸਾਰੇ ਜਿਹੜਾ ਖਲਜਗੜ ਚੋਂ ਆਪਣੇ ਆਪ ਨੂੰ ਆਪੇ ਹੀ ਮਾਫੀ ਦਿੰਦੇ ਆ। ਹੋਰ ਤਾਂ ਬੜੀਆਂ ਮਾਫੀਆਂ ਦਿੱਤੀਆਂ ਆਲੇ ਦੁਆਲੇ ਉਹਨਾਂ ਨੇ, ਜਾਂਦੇ ਜਾਂਦੇ ਬਹੁਤ ਲੋਕਾਂ ਨੂੰ ਫਾਇਦਾ ਕਰ ਗਏ। ਤਾਂ ਦੂਸਰੀ ਗੱਲ ਇਹ ਆ ਭਈ ਹੁਣ ਫੇਰ ਕਹਿੰਦੇ ਆ ਵੀ ਉਹ ਜੋ ਕੁਝ ਹੋਇਆ ਉਹ ਜਾਣੀ ਕਿ ਕੁਝ ਵੀ ਜਿਹੜਾ ਆ ਉਹ ਜਿਹੜੀ ਵਾਰਦਾਤ ਆ ਉਦਣ ਦੀ, ਪਿਛਲੇ ਦਿਨੀ ਐਮਰਜੈਂਸੀ ਵੀ ਲਾਈ ਆ ਵਾਸ਼ਿੰਗਟਨ ਦੇ ਵਿੱਚ, ਬਿਲਕੁਲ ਲੱਗੀ ਹੋਈ। ਤਾਂ ਉਹ ਵੀ ਆਰਡਰ ਜਿਹੜੇ ਆ ਟਰੰਪ ਹੁਣੀ ਕੀਤੇ ਆ। ਤਾਂ ਉਹ 'ਚ ਕਹਿੰਦੇ ਆ ਵੀ ਜਿਹੜਾ ਕੈਪੀਟਲ ਤੇ ਕਬਜ਼ਾ ਸੀਗਾ, ਕੈਪੀਟਲ ਹਿੱਲ ਤੇ, ਵੀ ਉਹਦੇ ਵਿੱਚ ਕੁਝ ਵੀ ਮਾੜਾ ਨਹੀਂ ਹੋਇਆ ਤੇ ਕੁਝ ਵੀ ਜਾਣੀ ਕਿ ਜੱਗੋਂ 13ਵੀਂ ਨਹੀਂ ਹੋਈ ਹੈਗੀ। ਤਾਂ ਵੀ ਉਹਨੂੰ ਇੱਕ ਤਰ੍ਹਾਂ ਜਾਇਜ਼ ਠਹਿਰਾਇਆ। ਤੇ ਦੇਖਣ ਵਿੱਚ ਇਹ ਵੀ ਆਇਆ ਜਿਹੜੀ ਜੁਡੀਸ਼ਰੀ ਆ, ਟੌਪ ਜੁਡੀਸ਼ਰੀ ਅਮਰੀਕਾ ਦੀ, ਉਹ ਚਾਹੁੰਦੀ ਆ ਵੀ ਇਹਨਾਂ ਦੀ ਪ੍ਰੋਸੀਕਿਊਸ਼ਨ ਹੋਵੇ, ਮਹਾਦੋਸ਼ ਦਾ ਮੁਕੱਦਮਾ ਚੱਲੇ। ਤਾਂ ਨਿਊਯਾਰਕ ਦੇ ਇੱਕ ਜੱਜ ਦਾ ਬੇਟਾ ਵੀ ਉਹਨਾਂ ਉਪਦਰਵੀਆਂ ਦੇ ਵਿੱਚ ਸ਼ਾਮਲ ਸੀ, ਧਾੜਵੀ ਸੀਗੇ। ਤਾਂ ਫਿਰ ਕਿਤੇ ਕਿਤੇ ਕਹਿੰਦੇ ਆ ਵੀ ਇੱਦਾਂ ਵੀ ਖਬਰਾਂ ਆਉਂਦੀਆਂ ਵੀ ਜਿਹੜੇ ਪੁਲਿਸ ਵਾਲੇ ਆ ਉਹ ਕਹਿੰਦੇ ਆ ਵੀ ਅਸੀਂ ਨਾ ਜੀ ਦੁਸ਼ਮਣ ਦਾ ਮੁਕਾਬਲਾ ਤਾਂ ਕਰਦੇ ਆ, ਪਰ ਅਸੀਂ ਆਪਣੇ ਦੇਸ਼ ਵਾਸੀਆਂ ਤੇ ਗੋਲੀ ਨਹੀਂ ਚਲਾ ਸਕਦੇ। ਉਹ ਵੀ ਮੈਨੂੰ ਲੱਗਦਾ ਵੀ ਕਿਸੇ ਹੱਦ ਤੱਕ ਰਲੇ ਹੋਏ ਨੇ ਟਰੰਪ ਸਾਹਿਬ ਦੇ ਨਾਲ। ਉਹਨਾਂ ਦੀਆਂ ਐਕਸਪਲੇਨੇਸ਼ਨਸ ਵੀ ਹੁਣ ਹੋ ਰਹੀਆਂ ਬਹੁਤ ਸਾਰੇ ਪੁਲਿਸ ਅਫਸਰਾਂ ਦੀਆਂ। ਅਸੀਂ ਦੂਜੀ ਸਾਈਡ ਤੋਂ ਦੇਖੀਏ ਜੀ ਤਾਂ ਖਬਰਾਂ ਤੇ ਇਹ ਵੀ ਆ ਰਹੀਆਂ ਵੀ ਘੱਟੋ ਘੱਟ 20 ਰਿਪਬਲਿਕਨ ਸੈਨੇਟਰਸ ਆ ਜਿਹੜੇ ਇਹਦੇ ਹੱਕ 'ਚ ਵੋਟ ਪਾਉਣਗੇ ਵੀ ਇਹਨਾਂ ਨੂੰ ਇੰਪੀਚ ਕੀਤਾ ਜਾਵੇ। ਉਹ ਕਹਿੰਦੇ ਆ, ਉਹ ਤਾਂ ਪਹਿਲੇ ਦਿਨ ਤੋਂ ਰੌਲਾ ਪਾ ਰਹੇ ਆ, ਬਹੁਤ ਸੀਨੀਅਰ ਜਿਹੜੇ ਰਿਪਬਲਿਕਨਸ ਨੇ MP, ਉਹ ਕਹਿੰਦੇ ਆ ਵੀ ਮੁਕੱਦਮਾ ਚਲਾਇਆ ਜਾਵੇ ਤੇ ਇਹਨਾਂ ਨੂੰ ਮੁਕੱਦਮਾ ਚਲਾ ਕੇ ਗੱਦੀ ਤੋਂ ਲਾਂਭੇ ਕੀਤਾ ਜਾਵੇ। ਸੋ ਇਹ ਹੁਣ ਦੇਖਣ ਵਾਲੀ ਗੱਲ ਆ, ਇੱਕ ਅੱਧੇ ਦਿਨ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਣਾ। ਪਰ ਤਿਆਰੀਆਂ ਮੁਕੱਦਮਾ ਚਲਾਉਣ ਦੀਆਂ ਹੋ ਰਹੀਆਂ ਤੇ ਇਹਨਾਂ ਨੂੰ 20 ਤੋਂ ਪਹਿਲਾਂ ਗੱਦੀ ਤੋਂ ਲਾਂਭੇ ਕੀਤਾ ਜਾਵੇ। ਜੀ, ਅੱਛਾ, WhatsApp ਬਾਰੇ ਦੱਸੋ ਥੋੜਾ ਜਿਹਾ ਵੀ ਉਹ ਕੀ ਗੱਲਬਾਤ ਚੱਲ ਰਹੀ ਆ ਜਿਹੜੀ ਬੜੇ ਲੋਕਾਂ 'ਚ ਅੱਜ ਕੱਲ੍ਹ ਅਫਵਾਹ ਆ, ਜਾਂ ਉਹ ਗੱਲ ਸੱਚੀ ਆ? ਦੇਖੋ WhatsApp ਜਿਹੜਾ ਆ, ਆਪਾਂ ਉਹ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹੁੰਦਾ, ਥੋੜਾ ਮੈਂ ਭੁੱਲ ਗਿਆ ਭਈ ਇਹਨਾਂ ਦਾ ਇੱਕ ਚੈਨਲ ਜਿਹੜਾ ਆ ਉਹ YouTube ਨੇ ਵੀ ਹੁਣੇ ਹੀ ਟਰੰਪ ਸਾਹਿਬ ਦਾ ਬੈਨ ਕਰਤਾ। ਉੱਤੇ ਵੀ ਆਪਣੇ ਭਾਸ਼ਣ ਪਾਉਂਦੇ ਸੀਗੇ ਤਾਂ ਉਹ ਮੈਨੂੰ WhatsApp ਤੋਂ ਯਾਦ ਆ ਗਿਆ। ਸੋ WhatsApp ਜਿਹੜਾ ਆ, ਉਹਨਾਂ ਨੇ ਕਿਹਾ ਵੀ
ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਸੁਨੇਹੇ ਆ ਰਹੇ ਆ ਵੀ ਤੁਸੀਂ ਆਹ ਮੰਨੋ, ਐਗਰੀ ਕਰੋ, ਫਲਾਨਾ ਕਰੋ, ਤੇ ਨਹੀਂ ਤਾਂ ਤੁਹਾਡਾ ਅਕਾਊਂਟ ਬੰਦ ਹੈ। ਸੋ ਲੋਕ ਸਿਗਨਲ ਦਾ ਅਕਾਊਂਟ ਅੱਜ ਕੱਲ੍ਹ ਬਹੁਤ ਡਾਊਨਲੋਡ ਕਰ ਰਹੇ ਆ ਵੀ ਸਿਗਨਲ ਤੇ ਸ਼ਿਫਟ ਹੋ ਜਾਓ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਤਾਂ ਕਹਿੰਦੇ ਆ ਵੀ ਲੋਕਾਂ ਦੇ ਖਦਸ਼ੇ ਨਿਰਮੂਲ ਹੈਗੇ ਆ, ਵੀ ਅਸੀਂ ਇਸ਼ਤਿਹਾਰਬਾਜ਼ੀ ਲਈ ਡੇਟਾ ਸਾਂਝਾ ਨਹੀਂ ਕਰਦੇ ਜਿਹੜਾ ਮਤਲਬ ਫੇਸਬੁੱਕ ਦੇ ਨਾਲ ਆ, ਤੇ ਜਿਹੜੀ ਤੁਹਾਡੀ ਪਰਿਵਾਰ ਨਾਲ ਜਾਂ ਸੁਨੇਹੀਆਂ ਨਾਲ, ਦੋਸਤਾਂ ਮਿੱਤਰਾਂ ਨਾਲ ਤੁਸੀਂ ਗੱਲਬਾਤ ਕਰਦੇ ਆ, ਉਹ ਨਾ ਸੁਣ ਸਕਦੇ ਆ, ਨਾ ਅਸੀਂ ਕੁਝ ਦੇਖ ਸਕਦੇ ਆ। ਬਿਲਕੁਲ। ਤਾਂ ਫਿਰ ਮੈਂ ਸੋਚਦਾ ਹਾਂ ਵੀ ਜਦ ਇੰਨਾ ਕੁਛ WhatsApp ਤੇ ਜਾਂ Facebook ਸੁਨੇਹਿਆਂ ਤੇ ਐਕਸ਼ਨ ਲੈਂਦੇ ਆ, ਜਦੋਂ ਖਾਤੇ ਬੰਦ ਕਰਦੇ ਆ, ਤਾਂ ਉਦੋਂ ਉਹ ਕੀ ਦੇਖਦੇ ਆ, ਕਿੱਦਾਂ ਸੁਣਦੇ ਆ। ਬਿਲਕੁਲ। ਸੋ ਇਹ ਸਾਰਾ ਗੜਬੜ ਘੁਟਾਲਾ ਮੈਨੂੰ ਲੱਗਦਾ ਹੈਗਾ। ਹਾਲ ਦੀ ਘੜੀ WhatsApp ਨੇ ਇਹ ਕਿਹਾ ਵੀ ਲੋਕਾਂ ਨੂੰ ਮਤਲਬ ਆਪਣੇ ਸੁਨੇਹੇ ਜਨਤਕ ਹੋਣ ਦਾ ਫਿਕਰ ਜਿਹੜਾ ਆ ਤੌਖੜਾ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ। ਸੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸੱਤੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।